ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰਿਆਂ ਦਾ ਸਮਾਂ ਕੱਢ ਕੇ ਇਸ ਬੈਠਕ ਵਿੱਚ ਹਾਜ਼ਰੀ ਭਰਨ ਦਾ ਬਹੁਤ ਧੰਨਵਾਦ। ਆਪਾਂ ਸਾਰੇ ਹੀ ਰਲ ਕੇ ਉਪਰਾਲਾ ਕਰ ਰਹੇ ਹਾਂ, ਕੋਈ ਮੇਰਾ ਇਕੱਲੇ ਦਾ ਉਪਰਾਲਾ ਨਹੀਂ ਹੈ। ਪਿੱਛੋਂ ਅਸੀਂ ਕਰਦੇ ਆ ਰਹੇ ਹਾਂ ਲਗਾਤਾਰ ਨੰਬਰ, ਮੇਰਾ ਖਿਆਲ 31 ਤੋਂ ਬਾਬੇ ਨਾਨਕ ਦੇ ਹੀ ਵਿਚਾਰ ਨੇ। ਸਿੱਧ ਬਿਲਕੁਲ ਚੁੱਪ ਬੈਠੇ ਨੇ ਕਿਉਂਕਿ ਉਹਨਾਂ ਨੂੰ ਕੋਈ ਗੱਲ ਨਹੀਂ ਆਉਣੀ, ਉਹਨਾਂ ਕੋਲ ਕੋਈ ਸਵਾਲ ਨਹੀਂ ਰਹਿ ਗਿਆ। ਜੋ ਬਾਬੇ ਨਾਨਕ ਨੇ ਉਹਨਾਂ ਨੂੰ ਐਕਸਪਲੇਨੇਸ਼ਨ ਕੀਤੀ ਹੈ, ਪਿਛਲੇ 2 ਪਦੇ ਮੈਂ ਰੱਤਾ ਕੁ ਇਹਨਾਂ ਨੂੰ ਦੁਬਾਰਾ ਰਿਪੀਟ ਕਰਦਾ ਚੱਲਾਂ। ਮੈਂ ਪੜ੍ਹ ਰਿਹਾ ਜੀ ਨੰਬਰ 39 ਪਦਾ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗੁਣ ਮਿਟੈ ਗੁਣ ਨਿਸਤਾਰੈ। ਪਾਰ ਉਤਾਰਾ ਹੋਣ ਦਾ ਉਤਾਰੈ, ਇੱਥੇ 2 ਲਾਵਾਂ ਪਾਈਆਂ ਨੇ, ਉਤਾਰੇ ਨਹੀਂ ਲਿਖਿਆ। ਹਾਂਜੀ, ਆਪਾਂ ਹੁਣ ਜਦੋਂ ਗੱਲ ਕਰਦੇ ਹਾਂ ਕਿ ਉਹਨੇ ਮੇਰਾ ਇਹ ਕੰਮ ਕਰ ਦਿੱਤਾ, ਉਹਨੇ ਮੇਰਾ ਪਾਰ ਉਤਾਰਾ ਕਰ ਦਿੱਤਾ, ਉਹ ਮੈਨੂੰ ਪਾਰ ਉਤਾਰ ਰਿਹਾ ਹੈ, ਉਹੀ ਮੈਨੂੰ ਪਾਰ ਉਤਾਰੇਗਾ। ਇਹ ਗੱਲ ਆਪਾਂ ਕਰਦੇ ਹਾਂ ਫਿਜ਼ੀਕਲ ਪ੍ਰੈਜ਼ੈਂਟ, ਜਦੋਂ ਸਾਡੇ ਸਾਹਮਣੇ ਕੋਈ ਚੀਜ਼ ਹੁੰਦੀ ਹੈ ਵੀ ਫਲਾਣਾ ਬੰਦਾ ਮੇਰਾ ਕੰਮ ਕਰੇਗਾ। ਅੱਛਾ, ਦੂਸਰਾ ਜਦੋਂ 2 ਲਾਵਾਂ ਲੱਗ ਜਾਂਦੀਆਂ ਨੇ, ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਇਸ ਦਾ ਭਾਵ ਹੈ ਅੰਦਰੂਨੀ। ਇਹ ਸੂਖਸ਼ਮ ਦੇ ਵਿੱਚ ਮਨ ਨਾਲ ਸੰਬੰਧਿਤ ਆਏਗੀ ਸਾਰੀ ਚੀਜ਼। ਅੰਦਰੋਂ ਦੀ ਮੈਨੂੰ ਸ਼ਬਦ ਮਿਲਿਆ ਔਰ ਸ਼ਬਦ ਨੇ ਮੇਰੇ ਮਨ ਦੇ ਵਿਚਾਰ ਖੜੇ ਕਰ ਦਿੱਤੇ, ਮੇਰਾ ਮਨ ਨਿਰਮਲ ਹੋ ਗਿਆ, ਤਾਂ ਪਾਰ ਉਤਾਰਾ ਹੋਏਗਾ। ਕਿਸ ਤਰ੍ਹਾਂ? ਅਵਗੁਣ ਮਿਟੈ ਗੁਣੇ ਨਿਸਤਾਰੈ। ਸੋ ਮੇਰੇ ਅਵਗੁਣ ਮਿਟ ਗਏ, ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਰੇ ਹੋ ਗਿਆ। ਗੁਣ ਤੋਂ ਭਾਵ ਹੈ ਹੀ ਨਾਮ ਅਭਿਆਸ, ਨਾਮ ਦਾ ਜਪਣਾ, ਗੁਣ ਦਾ ਕਹਿਣਾ। ਕਿਉਂ? ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਜ ਕੀਨ। ਸਾਡਾ ਜਨਮ ਕਿਸ ਤਰ੍ਹਾਂ ਵੇਸਟ ਜਾਂਦਾ ਹੈ? ਉਹ ਜਾਂਦਾ ਹੈ ਜੀ ਸਿਰਫ ਤੇ ਸਿਰਫ ਨਾਮ ਨਾ ਜਪ ਕੇ। ਬਾਕੀ ਹੋਰ ਦੁਨੀਆ ਦੇ 1500 ਕਰਮਕਾਂਡ ਕਰ ਲੋ, ਗੱਲ ਨਹੀਂ ਬਣੀ। ਕਿਉਂ? ਇਹੀ ਮਹੱਲਾ, ਇਹੀ ਬਾਬਾ ਨਾਨਕ ਸਾਨੂੰ ਆਪਣੇ ਸ਼ਬਦਾਂ 'ਚ ਪੋਥੀ ਪੰਨਾ ਨੰਬਰ 1126 ਤੇ ਬਾਬਾ ਨਾਨਕ ਇੱਕ ਸ਼ਬਦ ਦੇ ਰਹੇ ਆ। ਉਹਦੇ 'ਚ ਕਹਿੰਦੇ ਪ੍ਰਾਣੀ ਹਰ ਜਾਪੇ ਜਨਮ ਗਏ। ਉਹ ਤੇ ਤੇਰਾ ਸਕਿੰਟ ਲੰਘਦਾ ਜਾ ਰਿਹਾ, ਤੂੰ ਅਕਾਲ ਪੁਰਖ ਦੇ ਨਾਮ ਦਾ ਅਭਿਆਸ ਕਰਨਾ ਸ਼ੁਰੂ ਕਰ। ਕਿਉਂ? ਸਾਚ ਸ਼ਬਦ ਬਿਨ ਕਭੂ ਨਾ ਛੂਟਸ ਬਿਰਥਾ ਜਨਮ ਪਏ। ਤੂੰ ਸਾਰੇ ਜਨਮ, ਸਾਰੇ ਮਨੁੱਖਾ ਜਨਮ ਦੇ ਵਿੱਚ 2500 ਐਕਟੀਵਿਟੀ ਕਰ ਲਾ, 2500 ਐਕਟੀਵਿਟੀਜ਼ ਕਰ ਲਾ, ਕਰਮਕਾਂਡ ਕਰ ਲਾ, ਆਹ ਕਰ ਲਾ, ਉਹ ਕਰ ਲਾ, ਜੇਕਰ ਨਾਮ ਨਾ ਜਪਿਆ ਤੇਰਾ ਟਾਈਮ ਵੇਸਟ ਹੋ ਰਿਹਾ। ਇਸ ਚੀਜ਼ ਨੂੰ ਅਸੀਂ ਸੰਭਾਲਣਾ। ਪ੍ਰਾਣੀ ਹਰ ਜਪ ਜਨਮ ਗਇਓ, ਸਾਚ ਸ਼ਬਦ ਬਿਨ ਕਭੂ ਨਾ ਛੁਟਸ ਬਿਰਥਾ ਜਨਮ ਭਇਓ। ਉਹਦੇ ਚ ਬਾਬਾ ਨਾਨਕ ਕਹਿੰਦੇ ਨੈਣੀ ਦ੍ਰਿਸ਼ਟ। ਅੱਛਾ, ਇਹ ਹੋਰ ਤੁਹਾਨੂੰ ਭੈਰੋ ਮਹੱਲਾ ਪਹਿਲਾ, ਇਹ ਜਿਹੜੇ ਸਾਡੇ ਗਵਈਏ ਨੇ, ਰਾਗੀ ਜਥੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹ ਪਤਾ ਕਿੱਦਾਂ ਪੜ੍ਹਦੇ? ਕਹਿੰਦੇ ਨੈਣੀ ਦ੍ਰਿਸ਼ਟ ਨਹੀਂ ਤਨਹੀਨਾ। ਇਹ ਸ਼ਬਦ ਨੂੰ ਨੋਟ ਕਰ ਲਓ। ਇਹਨਾਂ ਨੂੰ ਸ਼ਬਦਾਂ ਨੂੰ ਸਾਰਿਆਂ ਨੇ ਪੜ੍ਹਨਾ ਆਪ ਬੈਠ ਕੇ ਔਰ ਵਿਚਾਰ ਕਰਨੀ ਹੈ ਵੀ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਇਹ ਕਿੱਥੇ ਤੱਕ ਸਾਨੂੰ ਲਿਜਾ ਰਹੀ। ਇਹ ਹੈ ਨੈਣੀ ਦ੍ਰਿਸ਼ਟ ਨਹੀਂ। ਅੱਖਾਂ ਦੀ ਨਿਗਾਹ ਕਮਜ਼ੋਰ ਹੋ ਜਾਂਦੀ, ਹੌਲੀ 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 ਆਈਸਾਈਟ 40 ਸਾਲ ਤੋਂ ਬਾਅਦ ਵੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਦੂਰ ਦਾ 1 ਨੰਬਰ ਲੱਗਦਾ, ਨੇੜੇ ਦਾ 1 ਨੰਬਰ, ਫਿਰ ਨੇੜੇ ਦਾ 2 ਨੰਬਰ, ਦੂਰ ਦਾ ਫਿਰ ਵੱਧਦਾ। ਏਦਾਂ ਜਾ ਕੇ ਜਦੋਂ 70-75 ਨੂੰ ਬੰਦਾ ਪਹੁੰਚਦਾ, 8-8 10-10 ਨੰਬਰ ਲੋਕਾਂ ਦੇ ਲੱਗ ਜਾਂਦੇ ਆ। ਕਿਉਂਕਿ ਨਿਗਾਹ, ਇਹ ਸਰੀਰ ਖਿਸਕਣਾ ਸ਼ੁਰੂ ਹੋ ਜਾਂਦਾ, ਹੌਲੀ ਹੌਲੀ ਖਿਸਕਦਾ। ਕਹਿੰਦੇ ਇਹਨੂੰ ਇਸ ਤਰ੍ਹਾਂ ਪੜ੍ਹਨਾ ਹੈ, ਨੈਣੀ ਦ੍ਰਿਸ਼ਟ ਨਹੀਂ ਤਨਹੀਨਾ।
ਤਾਂ ਇਹਦਾ ਦੇਖੋ 50% ਜਿਹੜਾ ਬਾਣੀ ਦਾ ਅਭਿਆਸ ਹੈ, ਉਹ ਬਾਣੀ ਨੂੰ ਸਮਝੇ ਸੂਝੇ ਪੜ੍ਹ ਬੁੱਝੇ। ਇਹ ਨਹੀਂ ਹੈ ਵੀ ਅਸੀਂ ਕਹਿੰਦੇ ਆ ਵੀ ਪਾਠ ਨਾ ਕਰੋ, ਪਾਠ ਇਹਦੇ ਕਰੋ, ਲੇਕਿਨ 40 ਵਾਰੀ ਪਾਠ ਕਰਨ ਦੇ ਬਜਾਏ 2 4 5 ਵਾਰੀ ਕਰੋ, ਉਹਨੂੰ ਬਹੁਤ ਹੌਲੀ ਹੌਲੀ ਕਰੋ, ਉਹਨੂੰ ਸਮਝਣ ਵਾਸਤੇ ਕਰੋ, ਨਾ ਕਿ ਉਹਨੂੰ ਫਾਰਮੈਲਿਟੀ ਪੂਰੀ ਕਰਨ ਵਾਸਤੇ। ਹੁਣ ਭੈਰੋ ਮਹੱਲਾ ਪਹਿਲਾ, ਨੈਣੀ ਦ੍ਰਿਸ਼ਟ ਨਹੀਂ, ਨਿਗਾਹ ਕਮਜ਼ੋਰ ਹੋ ਗਈ, ਤਨਹੀਨਾ, ਜਿਹੜਾ ਸਰੀਰ ਹੈ ਇਹ ਵੀ ਹੌਲੀ ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਜਰ ਜੀਤਿਆ ਸਿਰ ਕਾਲੋ, ਜਰ ਕਹਿੰਦੇ ਵਡੇਪਾ, ਵਡੇਪੇ ਨੇ ਕਹਿੰਦੇ ਜ਼ੋਰ ਪਾ ਲਿਆ, ਔਰ ਜਦੋਂ ਵਡੇਪਾ ਆ ਗਿਆ 60 65 ਨੂੰ ਪਹੁੰਚ ਗਿਆ, ਉਦੋਂ ਫਿਰ ਜਿਹੜਾ ਜਮ ਹੈ ਉਹ ਸਿਰ ਦੇ ਉੱਤੇ ਮੌਤ ਜਿਹੜੀ ਆ ਉਹ ਕੂਕਦੀ ਫਿਰਦੀ ਹੈ, ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬੁਲਾਵਾ ਆ। ਕਹਿੰਦੇ ਰੂਪ ਰੰਗ ਰਹੱਸ ਨਹੀਂ ਸਾਚਾ, ਕਿਉਂ ਛੋੜਿਆ ਜਮ ਜਾਲ, ਨਾ ਤੇਰਾ ਰੱਬੀ ਰੂਪ ਬਣਿਆ, ਤੇਰੇ ਚ ਗੁਣ ਨਹੀਂ ਆਏ, ਨਿਰਮਲ ਨਹੀਂ ਹੋਇਆ, ਨਾ ਰੱਬੀ ਰੰਗ ਚੜਿਆ, ਨਾ ਅੰਦਰ ਖੇੜਾ ਆਇਆ, ਤੇ ਜਮ ਦੇ ਜਾਲ ਤੋਂ ਤੇਰਾ ਬਚਾ ਕਿਵੇਂ ਹੁਣ, ਕਿਉਂ ਛੋੜਿਆ ਜਮ ਜਾਲ। ਇੱਥੇ ਸਟੈਂਜ਼ਾ ਖਤਮ ਹੁੰਦਾ, ਕਹਿੰਦੇ ਪ੍ਰਾਣੀ ਹਰ ਜਾਪੇ। ਇੱਥੇ ਪੱਪੇ ਨੂੰ ਸਿਹਾਰੀ ਹੁਕਮ ਨਹੀਂ ਹੈ, ਬੜੇ ਧਿਆਨ ਦੇ ਨਾਲ, ਕਿਉਂਕਿ ਜਵਾਬ ਦੇ ਰਹੇ ਉਹਦਾ, ਰੂਪ ਰੰਗ ਰਹੱਸ ਨਹੀਂ ਸਾਚਾ, ਕਿਉਂ ਛੋੜਿਆ ਜਮ ਜਾਲੋ, ਮੌਤ ਤੋਂ ਜਮ ਤੋਂ ਕਿੱਦਾਂ ਬਚਣਾ ਹੈ। ਕਹਿੰਦੇ ਨਾਮ ਜਪ ਕੇ, ਪ੍ਰਾਣੀ ਹਰ ਜਪੇ, ਜਿਹੜਾ ਜਨਮ ਜਾਈ ਜਾ ਰਿਹਾ, ਤੂੰ ਇਹ ਕੰਮ ਕਰਨਾ ਆਰੰਭ ਕਰ ਦੇ। ਸੋ ਇਹੀ ਚੀਜ਼ ਉੱਥੇ ਆ ਰਹੀ ਹੈ। ਜਿਸ ਗੁਣ ਮਿਲੇ ਤਿਸ ਪਾਰ ਉਤਾਰੇ, ਅਵਗੁਣ ਮੇਟੈ ਗੁਣੇ ਨਿਸਤਾਰੇ। ਇਹ ਨਾਮ ਅਭਿਆਸ ਨੇ, ਨਾਮ ਦੇ ਜਪਣ ਕਰਕੇ ਅਸੀਂ ਆਪਣਾ ਪਾਰ ਉਤਾਰਾ ਕਰਨਾ ਹੈ। ਮੇਰਾ ਖਿਆਲ ਹੁਣ ਇਹ ਗੱਲ ਸਾਡੇ ਪਕੜ ਚ ਆ ਰਹੀ ਹੈ। ਅਸੀਂ ਕਿੰਨੇ ਚਿਰਾਂ ਤੋਂ ਇਹ ਜਿਹੜਾ ਸਿੱਧ ਗੋਸ਼ਟ ਜਾਂ ਪਿੱਛੇ ਆਨੰਦ ਬਾਣੀ ਅਸੀਂ ਕਰਕੇ ਆਏ ਹਾਂ, ਉਸ ਤੋਂ ਪਹਿਲਾਂ ਸੋਲੇ ਬਾਣੀ ਨੂੰ ਅਸੀਂ ਚੰਗੀ ਤਰ੍ਹਾਂ ਖੋਲਿਆ, ਭਰਮ ਭੁਲੇਖੇ ਸਾਰੇ ਅਸੀਂ ਦੂਰ ਕੀਤੇ ਨੇ। ਇਹ ਖਾਲੀ ਨਹੀਂ ਹੈ ਵੀ ਇਹ ਕਿਸੇ ਦਾ ਦੇਖੋ ਕੋਈ ਪਤਾ ਨਹੀਂ ਹੈ, ਇਹ ਆਪ ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ। ਸਾਡਾ ਕੋਈ ਨਹੀਂ ਪਤਾ ਕਿੰਨਾ ਟਾਈਮ ਸਾਡੇ ਕੋਲ ਹੈ, ਕਿੰਨਾ ਚਿਰ ਅਸੀਂ ਜਿਉਣਾ, ਇਹ ਆਪ ਕੋਸ਼ਿਸ਼ ਕਰਨੀ, ਆਰੰਭ ਕਰਨੀ, ਆਪ ਗੁਰਬਾਣੀ ਦੀ ਜਿਹੜੀ ਖੋਜ ਹੈ ਉਹ ਆਰੰਭ ਕਰਨੀ ਹੈ। ਉਹਨੂੰ ਪੜ੍ਹ ਕੇ ਬੁੱਝਣਾ ਹੈ, ਉਹਨੂੰ ਪੜ੍ਹ ਕੇ ਸਮਝਣਾ ਹੈ। ਅੱਛਾ, ਮੁਕਤੇ ਮਹਾਸੁਖ ਗੁਰ ਸ਼ਬਦ ਵਿਚਾਰੇ, ਸਤਿਗੁਰ ਦਾ ਸ਼ਬਦ ਵਿਚਾਰ ਕੇ, ਸ਼ਬਦ ਦਾ ਵਿਚਾਰ। ਹੁਣ ਸ਼ਬਦ ਦਾ ਵਿਚਾਰ ਕੀ ਹੈ? ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਕੰਪਲੀਟ ਜਿਹੜੀ ਵਿਚਾਰ ਹੈ ਉਹ ਹੈ ਨਾਮ ਅਭਿਆਸ। ਮੈਂ ਪਿੱਛੇ ਲਾਸਟ ਟਾਈਮ ਐਗਜ਼ਾਮਪਲ ਦਿੱਤੀ ਸੀ, ਗਿਆਨ ਧਿਆਨ ਮਾਨ ਦਾਨ ਤਹਿ ਪਾਪ ਖੰਡਨੀ। ਜੇ ਇਹ ਸਾਰੀਆਂ ਵਸਤਾਂ ਲੈਣੀਆਂ ਨੇ, ਕੀ ਮਨ ਰਸਕ ਰਸਨ ਨਾਮ ਜਪਤ, ਇੱਥੇ ਇਹ ਲਫ਼ਜ਼ ਕਿਉਂ ਲਿਖਿਆ, ਮਨ ਰਸਕ ਰਸਨ ਨਾਮ ਜਪ। ਇਹ ਇਸੇ ਕਰਕੇ ਸ਼ਬਦ ਜਿਹੜੇ ਹੈ ਅਸੀਂ ਜ਼ੋਰ ਦਿੰਦੇ ਆ ਰਹੇ ਹਾਂ ਕਿ ਸ਼ਬਦ ਨੂੰ ਅਸੀਂ ਇਸ ਤਰ੍ਹਾਂ ਪੜ੍ਹਨਾ। ਗਾਉਣ ਦਾ ਜ਼ਰੂਰੀ ਨਹੀਂ ਹੈ ਕੰਮ, ਕਿ ਉਹਨੂੰ ਲੈ ਕੇ ਤੰਤੀ ਸਾਜ਼ 15 ਮਿੰਟ ਤੇ ਉਹਨੂੰ ਤਾਰਾਂ ਸਿੱਧੀਆਂ ਕਰਨ ਨੂੰ ਲੱਗ ਜਾਂਦੇ ਆ, ਫਿਰ ਤਬਲਾ ਵਾਲਾ ਨਾਲ ਆਪਣਾ ਮਿਲਾਉਂਦਾ, ਉਹ ਮਿਊਜ਼ਿਕ ਹੈ ਵੱਖਰਾ, ਇੱਕ ਵਿਸ਼ਾ ਹੈ, ਉਹਦੇ ਤੇ ਅਸੀਂ ਵਿਚਾਰ ਕਰਕੇ ਵੀ ਆਏ ਆ। ਪਰ ਉਹ ਹੁਣ ਅਸੀਂ ਇੱਥੇ ਉਹ ਵਿਚਾਰ ਨਹੀਂ ਕਰਨੀ। ਅਸੀਂ, ਸਾਡਾ ਮਤਲਬ ਹੈ ਮਨ ਰਸਕ ਰਸਨ ਨਾਮ ਜਪਤ। ਇਹ ਰਸਕ ਰਸਨ ਕਿਉਂ ਲਿਖਿਆ, ਇਹਦਾ ਬਹੁਤ ਚਿਰਾਂ ਬਾਅਦ ਸਾਨੂੰ ਨਾਮ ਇਹਦਾ ਪਤਾ ਲੱਗਿਆ। ਮਨ ਰਸਕ ਰਸਨ, ਰਸਨਾ ਦੇ ਨਾਲ ਉਦੋਂ ਤੱਕ ਨਾਮ ਜਪਣਾ ਪੈਣਾ ਜਦੋਂ ਰਸਨਾ ਦੇ ਵਿੱਚ ਰਸ ਆਉਣਾ ਨਾ ਸ਼ੁਰੂ ਹੋ। ਇੱਕ ਵਾਰੀ ਫਿਰ ਮੈਂ ਰਿਪੀਟ ਕਰਦਾ,
मन रसक रसन। ਜੇਬਾਂ ਦੇ ਨਾਲ, ਜ਼ੁਬਾਨ ਦੇ ਨਾਲ, ਰਸਨਾ ਦੇ ਨਾਲ ਉਦੋਂ ਤੱਕ ਨਾਮ ਜਪਣਾ ਹੈ ਜਦੋਂ ਤੱਕ ਇਹਦੇ ਅੰਦਰ ਰਸ ਆਉਣਾ ਨਾ ਸ਼ੁਰੂ ਹੋ ਜੇ। ਜਦੋਂ ਰਸ ਆਉਣਾ ਸ਼ੁਰੂ ਹੋ ਗਿਆ, ਉਹ ਸਮਝ ਲਓ ਵੀ ਸਾਡੀ ਜਿਹੜੀ ਕਮਾਈ ਹੈ ਉਹ ਸਫਲ ਹੋ ਰਹੀ ਹੈ। ਔਰ ਜਿਉਂ-ਜਿਉਂ ਰਾਮ ਕਹੇ ਜਨ ਉੱਚੇ। ਔਰ ਇਹਨੂੰ ਕਹਿੰਦੇ ਆ ਚੜ੍ਹਦੀ ਕਲਾ। ਇਹ ਹੋ ਰਹੀ ਹੈ ਸਾਡੀ ਚੜ੍ਹਦੀ ਕਲਾ। ਐਵੇਂ ਕਿਸੇ ਨੂੰ ਫੋਨ ਕਰੋ, ਉਹ ਕੀ ਹਾਲ ਬਈ, ਕਹਿੰਦਾ ਚੜ੍ਹਦੀ ਕਲਾ। ਉਹ ਚੜ੍ਹਦੀ ਕਲਾ ਕਿਤੇ ਐਵੇਂ ਹੀ ਇਹਨੂੰ ਐਡੀ ਟਰਮੀਨੋਲੋਜੀ ਅਸੀਂ ਕਿੱਥੇ ਵਰਾ ਦਿੱਤੀ ਹੈ। ਇਹ ਨਹੀਂ ਚੜ੍ਹਦੀ ਕਲਾ ਹੁੰਦੀ। ਆ ਹੁੰਦੀ ਹੈ ਜਿਉਂ-ਜਿਉਂ ਰਾਮ ਕਹੇ ਜਨ ਉੱਚੇ। ਇਹ ਜਿਉਂ-ਜਿਉਂ ਉੱਪਰ ਜਾਓਗੇ ਚੜ੍ਹਦੀ ਕਲਾ, ਮਤਲਬ ਮਨ ਦੀ ਅਵਸਥਾ ਜਿਹੜੀ ਹੈ ਇਹ ਬਦਲ ਰਹੀ। ਗਿਆਨ, ਧਿਆਨ, ਮਾਨ, ਦਾਨ, ਮਨ ਰਸਕ ਰਸਨ, ਨਾਮ ਜਪਤ ਤਹਿ ਪਾਪ ਖੰਡਲੀ। ਉਸ ਅਵਸਥਾ ਦੇ ਵਿੱਚ ਜਾ ਕੇ ਫਿਰ ਜਿਹੜੇ ਹੁਣ ਤੇ ਸਾਨੂੰ ਨਹੀਂ ਪਤਾ ਲੱਗਦਾ ਵੀ ਸਾਡੇ ਪਾਪ ਕਿੰਨੇ ਹੈ, ਕਿੰਨੇ ਘਟ ਗਏ ਹੈ ਸਾਡੀ ਅਵਸਥਾ। ਉਹ ਜਦੋਂ ਅਵਸਥਾ ਆ ਜਾਂਦੀ ਹੈ ਮਨ ਰਸਕ ਰਸਨ ਵਾਲੀ, ਫਿਰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਹੁਣ ਕਿੱਥੇ ਆ। ਅੱਛਾ, ਹੁਣ ਅਵਗੁਣ ਮੇਟੇ ਗੁਣ ਨਿਸਤਾਰੇ, ਫਿਰ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ। ਨਾਮ ਜਪਣ ਦਾ, ਨਾਮ ਜਪਣ ਵੱਲ ਇਸ਼ਾਰਾ ਹੈ। ਗੁਰਮੁਖੇ ਕਦੇ ਨਾ ਆਵੇ ਹਾਰ। ਗੁਰਮੁਖੇ, ਅਸੀਂ ਗੁਰਮੁਖ ਕੋਈ ਬੰਦਾ ਨਹੀਂ ਹੈ ਵੀ ਕੁੜਤਾ ਪਜਾਮਾ ਜਾਂ ਚੋਲਾ ਪਾ ਕੇ ਖੜਾ, ਦਾੜਾ ਖੁੱਲਾ, ਉਹਦਾ ਉੱਤੋਂ ਦੀ ਉਹਦੇ ਗਾਤਰਾ ਪਾਇਆ ਤੇ ਦਮਾਲਾ ਸੱਜਿਆ ਜਾਂ ਪੱਗ ਸੱਜੀ ਹੈ, ਗਲ ਚ ਉਹਦੇ ਹਜ਼ੂਰੀ ਹੈ। ਉਹ ਗੁਰਮੁਖ ਨਹੀਂ ਹੈ। ਗੁਰਮੁਖ ਮਨ ਕਰਕੇ ਬਣਿਆ ਜਾਂਦਾ ਹੈ। ਜਦੋਂ ਮਨ ਉਹ ਇੱਕ ਸਿੱਖ ਹੋ ਸਕਦਾ, ਉਹ ਇੱਕ ਸਿੱਖ ਹੋ ਸਕਦਾ, ਉਹ ਇੱਕ ਗੁਰਸਿੱਖ ਹੋ ਸਕਦਾ। ਪਰ ਜਦੋਂ ਗੁਰਮੁਖੇ ਖੱਖੇ ਨੂੰ ਸਿਹਾਰੀ ਦਾ ਇਹ ਇੱਕ ਪ੍ਰਬੰਧ ਹੈ, ਇਹ ਇੱਕ ਬਾਣੀ ਦਾ ਸਿਸਟਮ ਹੈ, ਇਹ ਬਾਬੇ ਨਾਨਕ ਦੀ ਇਹ ਵਿਲੱਖਣਤਾ ਹੈ ਕਿ ਉਹਨੇ ਇਹ ਪ੍ਰਬੰਧ ਸਾਨੂੰ ਦਿੱਤਾ ਕਿ ਇੱਕ ਰੱਬ ਨੂੰ ਮੰਨਣਾ ਕੰਪਲੀਟ, ਫਿਰ ਉਸ ਰੱਬ ਵਿੱਚ ਭਰੋਸਾ ਉਹ ਵੀ ਕੰਪਲੀਟ। ਹੋਰ ਕਿਤੇ ਧੱਕੇ ਨਹੀਂ ਖਾਣੇ, ਕਿਸੇ ਸੰਤ ਦੇ ਜਾ ਕੇ ਪੈਰੀ ਨਹੀਂ ਇੱਥੇ ਮੱਥੇ ਟੇਕਣਾ। ਸੋ ਕਾਲਡ ਜਿਹੜੇ ਲੋਕ ਆਪਣੀਆਂ ਦੁਕਾਨਾਂ ਖੋਲ ਕੇ ਬੈਠੇ। ਫਿਰ ਗੁਰੂ ਦੀ ਮੱਤ, ਗੁਰਬਾਣੀ, ਗੁਰਬਾਣੀ ਮੱਤ ਦੇ ਨਾਲ ਆਪਣਾ ਜੀਵਨ ਜਿਉਣਾ। ਔਰ ਜਿਹਨੂੰ ਫਿਰ ਮੰਨਿਆ, ਜਿਹਦੇ ਚ ਭਰੋਸਾ ਹੈ, ਜਿਹਦੀ ਮੱਤ ਅਸੀਂ ਲੈ ਰਹੇ ਹਾਂ, ਉਹਦੀ ਹੀ ਇਬਾਦਤ ਕਰਨੀ ਹੈ, ਉਹਦੀ ਹੀ ਭਗਤੀ ਕਰਨੀ ਹੈ। ਇੱਕ 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 ਜਿਹੜੀ ਸ਼ੁਰੂਆਤ ਸਾਡੇ ਬ੍ਰਹਮ ਗਿਆਨ ਦੀ, ਇੱਕ ਉਹ ਬਾਬੇ ਨਾਨਕ ਨੇ ਇੱਥੋਂ ਕੀਤੀ। ਜੇ ਇਹ ਕਮਿਟਮੈਂਟ ਹੈ, ਜੇ ਇੰਨਾ ਭਰੋਸਾ ਹੈ ਕਿ ਸਤਿਗੁਰ ਬਾਪ ਮੇਰੀ ਮਾਈ ਸੰਤੋ, ਇਹ ਭਰੋਸਾ ਪਹਿਲਾਂ ਬਣਾਓ। ਹੁਣ ਗੁਰਮੁਖੇ ਕਦੇ ਨਾ ਆਵੇ ਹਾਰ। ਜਦੋਂ ਇਹ ਮੰਨਣਾ, ਭਰੋਸਾ, ਦੀਖਿਆ, ਗੁਰੂ ਦੀ ਮੱਤ, ਜਿਹੜੀ ਗੁਰੂ ਦੀ ਮੱਤ ਲੈ ਕੇ, ਇਹਨੂੰ ਕਹਿੰਦੇ ਦੀਕਸ਼ਤ, ਦੀਖਿਆ, ਗੁਰੂ ਦੀ ਮੱਤ ਦੇ ਨਾਲ ਆਪਣਾ ਜੀਵਨ ਜਿਉਣਾ। ਤੇ ਉਸ ਤੋਂ ਬਾਅਦ ਉਹਦੀ ਭਗਤੀ, ਇੱਕ ਦੀ ਭਗਤੀ। ਕਹਿੰਦੇ ਗੁਰਮੁਖੇ ਕਦੇ ਨਾ ਆਵੇ ਹਾਰ। ਉਹ ਫਿਰ ਕਦੇ ਇਹ ਜਨਮ ਜਿਹੜਾ ਉਹਦਾ ਵੇਸਟ ਨਹੀਂ ਜਾਂਦਾ। ਉਹਦਾ ਫਿਰ ਜਿਹੜਾ ਇਹ ਜਿਹੜੀ ਵਾਰੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਫਿਰ ਵੇਸਟ ਨਹੀਂ ਜਾਏਗੀ। ਉਹ ਵਾਰੀ ਆਪਣੀ ਐਲੀਜੀਬਲ ਹੋ ਕੇ ਪੂਰੀ ਵਾਰੀ ਆਪਣੀ ਅਵੇਲ ਕਰਕੇ ਜਾਓ। ਅੱਛਾ, ਤਨ ਹਟੜੀ ਇਹ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਪਾਰਾ। ਹੁਣ ਇਹ ਨਹੀਂ ਹੈ ਵੀ ਪਤਾ ਲੱਗ ਗਿਆ ਨਾਮ ਜਪਣਾ ਤੇ ਸਪੀਡਾਂ ਚੁੱਕਦੇ, ਨਹੀਂ। ਇਹਨੂੰ ਬੜੇ ਸਹਿਜ ਨਾਲ, ਵਾਹਿਗੁਰੂ ਵਾਹਿਗੁਰੂ, ਇਹਨੇ ਹਟਣਾ, ਮਨ ਨੇ ਹਟਣਾ ਇਸ ਪਾਸੇ ਤੋਂ। ਕੀ ਕਰੀ ਜਾ ਰਿਹਾ, ਇਹ ਕੀ ਕਰੀ ਜਾ ਰਿਹਾ, ਇੱਕ ਸ਼ਬਦ ਵਾਲੇ ਪਾਸੇ ਇੱਕ ਸਾਰਾ ਦਿਨ ਮੂੰਹ ਮਾਰੀ ਜਾ ਰਿਹਾ। ਇਹ ਲਿਖਿਆ ਲਿਖਾਰੀਆਂ ਨੇ। ਜਿਨ੍ਹਾਂ ਦੀ ਵਿਆਖਿਆ ਆਪਾਂ ਪੜ੍ਹਦੇ ਆ ਨਾ, ਇੱਥੇ ਸਕਰੀਨ ਤੇ ਵੀ ਆ ਰਹੀ ਹੈ। ਪ੍ਰੋਫੈਸਰ ਸਾਹਿਬ ਸਿੰਘ, ਇਹ ਪਟਿਆਲੇ, ਉੱਥੇ ਖਾਲਸਾ ਕਾਲਜ ਅੰਮ੍ਰਿਤਸਰ ਉੱਥੋਂ ਪੜ੍ਹਾਉਂਦੇ ਰਹੇ ਨੇ। ਫਿਰ ਪਟਿਆਲੇ ਇਹਨਾਂ ਦਾ ਘਰ ਹੁੰਦਾ ਸੀ। ਔਰ ਕਦੇ ਫਿਰ ਇਹਨਾਂ ਬਾਰੇ ਗੱਲਾਂ ਕਰਾਂਗੇ। ਇਸੇ ਰਾਈਟਰ ਨੇ ਆ ਵਿਆਖਿਆ ਇੰਨੀ ਕਰਨ ਤੋਂ ਬਾਅਦ ਲਿਖਿਆ ਕਿ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਂਦਾ। ਇਹ ਕਿਉਂ ਇਦਾਂ ਦੀਆਂ ਗੱਲਾਂ ਇਹਨਾਂ ਨੇ ਲਿਖੀਆਂ, ਰਾਈਟਰਸ ਨੇ। ਹੋਰ ਵੀ ਕਈ ਰਾਈਟਰਸ ਨੇ ਜਿਨ੍ਹਾਂ ਨੇ ਐਸਾ ਜਿਹੜੀਆਂ ਗੱਲਾਂ ਲਿਖ ਦਿੱਤੀਆਂ ਨੇ, ਸੰਗਤ ਪੜ੍ਹ ਕੇ ਉਹਨਾਂ ਨੂੰ
ਜ਼ਿਆਦਾ ਗੱਲਾਂ ਸੰਭਾਲ ਰਹੀ ਹੈ ਔਰ ਬਾਣੀ ਨਾਲ ਉਹਨਾਂ ਦਾ ਪ੍ਰੇਮ ਪ੍ਰਤੀਤ ਭਰੋਸਾ ਟੁੱਟ ਰਿਹਾ। ਉਹ ਕਹਿੰਦੇ ਜੀ ਨਹੀਂ, ਆਹ ਐਕਸਪਲੇਨ ਕਰਤਾ ਫਲਾਣੇ ਬੰਦੇ ਨੇ ਜੀ, ਆਹ ਠੀਕ ਹੈ ਨਾ। ਇਸ ਤਰ੍ਹਾਂ ਵੀ ਨਹੀਂ ਕਰਨਾ। ਆਪ ਸਹਿਜ ਦੇ ਨਾਲ, ਬੜੇ ਆਰਾਮ ਦੇ ਨਾਲ ਅਸੀਂ ਨਾਮ ਅਭਿਆਸ ਵਾਲੇ ਪਾਸੇ ਨੂੰ ਵਧਣਾ, ਕਿਉਂਕਿ ਇੱਕ ਇੱਕ ਅੱਖਰ, ਇੱਕ ਇੱਕ ਲਾਈਨ ਬਾਬੇ ਨਾਨਕ ਦੀ ਜਿਹੜੀ ਹੈ ਉਹ ਸ਼ਬਦ ਦੇ ਜਪਣ ਨਾਲ ਇਸ਼ਾਰਾ ਕਰਦੀ ਹੈ। ਫਿਰ ਅਸੀਂ ਆਹ ਨੰਬਰ 40 ਜਿਹੜਾ ਬੜਾ ਇੰਪੋਰਟੈਂਟ ਸੀ, ਅਸੀਂ ਚੰਗੀ ਤਰ੍ਹਾਂ ਨਿਖੇੜ ਕੇ ਆਏ ਹਾਂ ਕਿ ਗੁਰਮੁਖ ਸਿਸਟਮ ਦੇ ਜ਼ਰੀਏ ਅਸੀਂ ਜਿਹੜਾ ਭਵਜਲ ਹੈ ਉਹਦੇ ਚ ਅਸੀਂ ਅਕਾਲ ਪੁਰਖ ਨੂੰ ਇਸ ਮਨ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਉਹਦੇ ਵਿੱਚ ਅਸੀਂ ਇੱਕ ਬ੍ਰਿਜ ਬਣਾਉਣਾ। ਮਤਲਬ ਆਪਣੇ ਤੇ ਅਕਾਲ ਪੁਰਖ ਦੇ ਵਿਚਕਾਰ ਲੰਕਾ ਲੂਟੀ ਦੈਂਤ ਸੰਤਾਪੇ ਗੁਰਮੁਖ ਬਾਂਧਿਓ ਸੇਤ ਵਿਧਾਤੇ ਲੰਕਾ ਲੂਟੀ ਦੈਂਤ ਸੰਤਾਪੇ। ਹੁਣ ਇਹ ਕੀ ਹੈ? ਇਹ ਕੀ ਲੰਕਾ ਲੂਟੀ ਕੀ ਹੈ? ਇਹ ਪਿਛਲੀ ਵਾਰੀ ਅਸੀਂ ਚੰਗੀ ਤਰ੍ਹਾਂ ਇਹਦੇ ਤੇ ਨਖੇੜ ਕੇ ਆਏ ਹਾਂ ਕਿ ਅਸੀਂ ਵਿਸ਼ਿਆਂ ਵਿਕਾਰਾਂ ਤੋਂ ਜਿਹੜੀ ਉਹਨਾਂ ਤੋਂ ਅਸੀਂ ਜਿੱਤ ਪ੍ਰਾਪਤ ਕਰਨੀ। ਫਿਰ ਜਿਹੜਾ ਹੰਕਾਰੀ ਮਨ ਹੈ ਉਹਨੂੰ ਅਸੀਂ ਕਾਬੂ ਕਰਨਾ ਨਾਮ ਦੇ ਨਾਲ। ਫਿਰ ਭੇਦ ਭਪੀਖਣ ਗੁਰਮੁਖੇ ਪ੍ਰਚਾਇਣ। ਫਿਰ ਜਿਹੜਾ ਇਹ ਸ਼ਬਦ ਹੈ ਇਹ ਇਸ ਤਰ੍ਹਾਂ ਕੰਮ ਕਰੇਗਾ, ਸਾਨੂੰ ਭੇਦ ਦੇਗਾ ਸਾਰੇ ਇਹਨਾਂ ਗੱਲਾਂ ਦੇ। ਉਹ ਫਿਰ ਐਗਜ਼ਾਮਪਲ ਲੈ ਲਈ ਹੈ ਭਪੀਖਣ ਤੇ, ਤੂੰ ਉਹਨਾਂ ਦੀ ਗੱਲ ਨਹੀਂ ਕੀਤੀ, ਉਹਨਾਂ ਨੂੰ ਇੱਥੇ ਵਡਿਆਈ ਨਹੀਂ ਤੂੰ ਦਿੱਤੀ ਵੀ ਉਹਨਾਂ ਦਾ ਨਾਮ ਲਿਖਿਆ ਤੇ ਹਾਂ ਐਗਜ਼ਾਮਪਲ ਭਪੀਖਣ ਨੂੰ ਕਈ ਕਹਿ ਦਿੰਦੇ ਜੀ ਭਪੀਖਣ ਗੁਰਮੁਖ ਨਹੀਂ, ਇੱਕ ਐਗਜ਼ਾਮਪਲ ਲਈ ਹੈ। ਗੁਰਮੁਖ ਸਿਸਟਮ ਦੇ ਜ਼ਰੀਏ ਸਤਿਗੁਰ ਦਾ ਸ਼ਬਦ ਉਹ ਕੰਮ ਕਰੇਗਾ। ਫਿਰ ਗੁਰਮੁਖੇ ਉਸੇ ਸਿਸਟਮ ਦੇ ਜ਼ਰੀਏ ਸਮੁੰਦਰ ਦੇ ਵਿੱਚ ਜਿਹੜੇ ਉਹ ਭਵਜਲ ਤਰ ਜਾਂਦੇ, ਜਿਹੜੇ ਨਾਮ ਅਭਿਆਸੀ ਉਹ ਤਰ ਜਾਂਦੇ ਆ। ਗੁਰਮੁਖੇ ਕੋਟ 33 ਉਧਾਰੇ। ਉਹਦੇ ਅੰਦਰ ਕੀ ਹੈ? ਕੋਟ 33 ਕੀ ਹੈ? ਗੁਰਮੁਖ ਸਾਹਿਰ ਪਾਹਣ ਤਾਰੇ ਗੁਰਮੁਖ ਕੋਟ 33 ਉਧਾਰੇ। ਜਿਹੜੇ ਸਾਡੇ ਵਿਕਾਰ, ਮਨ ਦੇ ਵਿਕਾਰ ਜਿਹੜੇ, ਕਿਉਂਕਿ ਇਹ ਅਣਗਿਣਤ ਨੇ, ਇਸ ਕਰਕੇ 33 ਕਰੋੜ। ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਵੀ 36 ਵਾਰੀ ਮੈਂ ਆਹ ਕੰਮ ਕਰਕੇ ਦੇਖਿਆ ਨਹੀਂ ਹੁੰਦਾ ਮੇਰੇ ਤੋਂ। 36 ਵਾਰੀ ਦਾ ਮਤਲਬ ਨਹੀਂ 36 ਵਾਰੀ, ਮਤਲਬ ਕਈ ਵਾਰੀ ਕਰਕੇ ਦੇਖਿਆ ਨਹੀਂ ਹੋ ਰਿਹਾ, ਇਸ ਤਰ੍ਹਾਂ ਨਹੀਂ ਹੋਣਾ। ਆਓ ਜੀ ਅੱਗੇ ਚੱਲੀਏ। ਹੁਣ ਇਹਨੂੰ ਪਿਛਲੀ ਲੜੀ ਜੋੜਨ ਵਾਸਤੇ ਅੱਜ ਸਿਮਰਤਪਾਲ ਹੋਣੀ ਪਿਛਲਾ ਸਾਰਾ ਸੰਡੇ ਦਾ ਉਹ ਪਾਉਣਗੇ ਵਿਆਖਿਆ ਔਰ ਅੱਜ ਦੀ ਵਿਆਖਿਆ। ਇਹ ਅਸੀਂ ਦੋਨੇ ਅੱਜ ਇਕੱਠੇ ਪੈਰੇ, ਕਿਸੇ ਰੀਜ਼ਨ ਕਰਕੇ ਉਹ ਲੇਟ ਹੋ ਗਏ। ਅੱਛਾ ਜੀ, ਨੰਬਰ 41 ਦੇਖੋ, ਬਾਬਾ ਨਾਨਕ ਹੀ ਐਕਸਪਲੇਨ ਕਰੀ ਜਾ ਰਿਹਾ, ਸਿੱਧਾਂ ਦੀ ਵਿੱਚ ਵਾਰੀ ਨਹੀਂ ਆ ਰਹੀ, ਕਿਉਂਕਿ ਉਹਨਾਂ ਨੂੰ ਕੋਈ ਗੱਲ ਨਹੀਂ ਆ ਰਹੀ। ਉਹ ਚੰਗੀ ਤਰ੍ਹਾਂ ਉਹਨਾਂ ਦੇ ਹੁਣ ਕੰਨ ਖੜੇ ਹੋ ਗਏ ਵੀ ਇਹ ਜਿਹੜੀ ਗੱਲ ਕਰ ਰਿਹਾ ਹੈ ਇਹ ਦਮ ਹੈ ਇਹਦੇ ਚ, ਮੰਨਣਾ ਸ਼ੁਰੂ ਹੋ ਗਿਆ। ਗੁਰਮੁਖੇ ਚੁੱਕੈ ਆਵਣ ਜਾਣ, ਉਸੇ ਪ੍ਰਬੰਧ ਦੇ ਅਧੀਨ ਅਸੀਂ ਜਨਮ ਮਰਨ ਤੋਂ ਮੁਕਤ ਹੋਵਾਂਗੇ, ਜੂਨਾਂ ਚੋਂ ਮੁਕਤ ਹੋਵਾਂਗੇ। ਗੁਰਮੁਖੇ ਦਰਗਾਹ ਪਾਵੈ ਮਾਣ, ਉਸੇ ਸਿਸਟਮ ਦੇ ਅਧੀਨ ਦਰਗੇ ਪੈਂਦੇ ਜਾਣ, ਦਰਗਾਹ ਦੇ ਵਿੱਚ ਸਾਨੂੰ ਮਾਣ ਮਿਲਣਾ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਉਹ ਫਿਰ ਜਿਹੜੇ ਸਿੱਖ ਹੋਣਗੇ, ਨਾਮ ਅਭਿਆਸੀ ਹੋਣਗੇ, ਜਮਕਾਲ ਵੀ ਉਹਨਾਂ ਦੇ ਅੱਗੇ ਹੱਥ ਬੰਨ ਕੇ ਖੜਾ ਹੋ। ਫਿਰ ਗੁਰਮੁਖੇ ਕੋਟੇ ਖਰੇ ਪਛਾਣ, ਉਸ ਸਿਸਟਮ ਦੇ ਅਧੀਨ ਇਹ ਨਹੀਂ ਹੈ ਕਿ ਬਈ ਖੋਟੇ ਖਰੇ ਦੀ, ਚੰਗੇ ਤੇ ਮਾੜੇ ਬੰਦੇ ਦੀ ਪਛਾਣ ਹੋਣੀ ਸ਼ੁਰੂ ਹੋ। ਨਹੀਂ, ਆਪਣੇ ਮਨ ਨੂੰ, ਉਹ ਕੰਮ ਜਿਹੜੇ ਨੇ, ਜਿਹੜੇ ਵਿਚਾਰ ਨੇ ਸਾਡੇ ਮਨ ਚ ਉੱਠਦੇ, ਖੋਟਾ ਕਿਹੜਾ ਹੈ, ਕਿਹੜੇ ਵਿਚਾਰ ਨੇ ਸਾਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣਾ, ਔਰ ਖਰਾ ਕਿਹੜਾ ਹੈ, ਕਿਹੜੇ ਵਿਚਾਰ ਨੇ ਸਾਨੂੰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਣਾ, ਉਹ ਫਿਰ ਅਭਿਆਸੀ ਨੂੰ ਸੋਝੀ ਆਉਂਦੀ ਜਾਂਦੀ ਹੈ। ਗੁਰਮੁਖੇ ਲਾਗੈ ਸਹਿਜੇ ਧਿਆਨ, ਇਹ ਵੀ ਪਤਾ ਲੱਗ ਗਿਆ ਕਿ ਇਸ ਗੁਰਮੁਖ ਸਿਸਟਮ ਨੇ ਮੈਨੂੰ ਜੂਨਾਂ ਤੋਂ ਮੁਕਤ ਕਰਾਉਣਾ। ਇਸ ਗੁਰਮੁਖ ਸਿਸਟਮ ਨੇ ਹੀ ਮੈਨੂੰ ਦਰਗਾਹ ਦੇ ਵਿੱਚ ਮਾਣ ਬਖਸ਼ਣਾ ਹੈ। ਇਸ ਗੁਰਮੁਖ ਸਿਸਟਮ ਦੇ ਕਾਰਨ ਹੀ ਮੈਨੂੰ ਚੰਗੇ
ਤੇ ਮੰਦੇ ਦਾ ਪਤਾ ਲੱਗਣਾ ਵੀ ਉਹ ਕਿਹੜੇ ਕੰਮ ਨੇ ਜਿਹੜੇ ਮੈਨੂੰ ਪ੍ਰਮਾਤਮਾ ਤੋਂ ਦੂਰ ਕਰਦੇ, ਉਹ ਕਿਹੜੇ ਕੰਮ ਨੇ ਜਿਹੜੇ ਮੈਨੂੰ ਪ੍ਰਮਾਤਮਾ ਦੇ ਨੇੜੇ ਕਰਦੇ ਹੈ। ਔਰ ਇਸੇ ਸਿਸਟਮ ਦੇ ਅਧੀਨ ਹੀ ਮੇਰਾ ਜਿਹੜਾ ਧਿਆਨ ਹੈ ਉਹ ਹੌਲੀ ਹੌਲੀ ਕਰਕੇ ਜਿਉਂ-ਜਿਉਂ ਰਾਮ ਕਹੇ ਜਾਣ। ਇਹ ਚੌਥੀ ਅਵਸਥਾ ਹੈ ਸਹਿਜ ਦੀ ਅਵਸਥਾ। ਲਾਵਾਂ ਦਾ ਅਸੀਂ ਕਰਕੇ ਆਏ ਸੀ, ਹਰ ਚੌਥੜੀ ਲਾਮ ਮਨ ਸਹਿਜ ਪਿਆ। ਇਹ ਬਿਲਕੁਲ ਅਖੀਰਲੀ ਅਵਸਥਾ ਜਿੱਥੇ ਜਾ ਕੇ ਮਨ ਸੁੰਨ ਸਮਾਧ ਦੇ ਵਿੱਚ ਟਿਕਦਾ ਹੈ। ਫਿਰ ਗੁਰਮੁਖੇ ਦਰਗਹ ਸਿਫਤ ਸਮਾਏ, ਸਿਫਤ ਦੇ ਜ਼ਰੀਏ ਉਹ ਅਵਸਥਾ ਦੇ ਵਿੱਚ, ਗੁਰਮੁਖ ਸਿਸਟਮ ਦੇ ਜ਼ਰੀਏ ਉਹ ਅਵਸਥਾ ਦੇ ਵਿੱਚ ਜਿਹੜਾ ਨਾਮ ਅਭਿਆਸੀ ਆ ਉਹ ਟਿਕਿਆ ਰਹਿੰਦਾ ਹੈ। ਨਾਨਕ ਛਾਪ ਗੁਰਮੁਖੇ ਉਸ ਸਿਸਟਮ ਦੇ ਅਧੀਨ ਬੰਦ ਨਾ, ਉਹ ਫਿਰ ਦੁਬਾਰਾ ਉਹਨੂੰ ਜਦੋਂ ਸਹਿਜ ਅਵਸਥਾ ਦੇ ਵਿੱਚ ਜਾ ਕੇ ਸਿਫਤੇ ਦੇ ਵਿੱਚ ਜਦੋਂ ਉਹ ਨਾਮ ਅਭਿਆਸੀ ਰਤਿਆ ਜਾਂਦਾ ਹੈ, ਉਹਨੂੰ ਫਿਰ ਕੋਈ ਜਿਹੜਾ ਵਿਕਾਰ ਹੈ ਉਹ ਉਹਨੂੰ ਫਿਰ ਰੋਕ ਨਹੀਂ ਸਕਦਾ, ਉਹਨੂੰ ਫਿਰ ਉਹ ਬੰਨ ਨਹੀਂ ਸਕਦਾ, ਉਹਨੂੰ ਫਿਰ ਉਹ ਆਪਣੇ ਅਧੀਨ ਨਹੀਂ ਕਰ ਸਕਦਾ, ਕਿਉਂਕਿ ਉਹ ਗੁਰਮੁਖ ਸਿਸਟਮ ਦੇ ਜ਼ਰੀਏ ਨਾਮ ਅਭਿਆਸੀ ਉਸ ਦਰਗਾਹ ਦੀ ਸਿਫਤ ਸਲਾਹ ਤੱਕ ਪਹੁੰਚ ਚੁੱਕਾ। ਇਹ ਹੈ ਨੰਬਰ 41। ਅੱਗੇ ਨੰਬਰ 42, ਗੁਰਮੁਖੇ ਨਾਮ ਨਿਰੰਜਨ ਪਾਏ। ਗੁਰੂ ਦੇ ਹੁਕਮ ਦੇ ਵਿੱਚ ਉਸ ਸਿਸਟਮ ਦੇ ਅਧੀਨ ਚੱਲਣ ਵਾਲਾ ਨਾਮ ਅਭਿਆਸੀ ਅਕਾਲ ਪੁਰਖ ਦਾ ਨਾਮ ਪ੍ਰਾਪਤ ਕਰਦਾ। ਇਹ ਹੈ ਚੌਥਾ ਪਦ, ਜਨਮ ਪਦਾਰਥ, ਗਿਆਨ ਪਦਾਰਥ। ਤੀਸਰਾ ਮੁਕਤ ਪਦਾਰਥ, ਚੌਥਾ ਹੈ ਨਾਮ ਪਦਾਰਥ। ਅਖੀਰਲੀ ਅਵਸਥਾ ਦੀ ਗੱਲ, ਗੁਰਮੁਖੇ ਇਸੇ ਸਿਸਟਮ ਦੇ ਅਧੀਨ ਸ਼ਬਦ ਦੇ ਨਾਲ ਹਉਮੈ ਛੱਡ, ਕਿਉਂਕਿ ਇਹਦਾ ਕੋਈ ਪਤਾ ਨਹੀਂ ਹੈ ਕਿਸ ਵੇਲੇ ਅਟੈਕ ਕਰ ਜਾਏ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮਰਨ ਤੋਂ ਬਾਅਦ ਨਹੀਂ ਵਾਪਰ ਰਹੀਆਂ, ਇਹ ਜਿਉਂਦੇ ਜੀ ਵਾਪਰ ਰਹੀਆਂ ਨੇ, ਐਸੇ ਸਰੀਰ 'ਚ ਰਹਿੰਦੇ ਹੋਏ ਵਾਪਰ ਰਹੀਆਂ ਨੇ। ਇਸ ਕਰਕੇ ਹਉਮੈ ਦਾ ਜ਼ਿਕਰ ਆਇਆ ਵੀ ਇਹ ਪਤਾ ਨਹੀਂ ਕਿਹੜੇ ਵੇਲੇ ਜਿਹੜੇ ਇਹ ਵਿਕਾਰ ਨੇ ਕਿੰਨੇ ਭਾਰੂ ਹੋ ਜਾਣ। ਹਾਂ, ਗੁਰਸਿੱਖ ਦੀ ਹੈਲਪ ਹੋਏਗੀ, ਅਵਸਥਾ ਬਣੀ ਉਹਦੀ ਹੈਲਪ ਹੋਏਗੀ ਸਤਿਗੁਰ ਦੇ ਗੁਰਪ੍ਰਸਾਦ ਦੇ ਨਾਲ, ਪਰ ਪਤਾ ਨਹੀਂ ਕਿਹੜੇ ਵੇਲੇ ਉਸ ਚੀਜ਼ ਨੇ ਅਟੈਕ ਕਰਨਾ। ਇਸ ਕਰਕੇ ਉਸ ਤੋਂ ਅਲਰਟ ਰਹਿਣਾ। ਫਿਰ ਗੁਰਮੁਖੇ ਸਾਚੇ ਕੇ ਗੁਣ ਗਾਏ, ਗੁਰਮੁਖੇ ਸਾਚੈ ਰਹਿ ਸਮਾਏ। ਮੇਰਾ ਖਿਆਲ ਨਹੀਂ ਵੀ ਹੁਣ ਇਸ ਚੀਜ਼ ਦੀ ਸਾਨੂੰ ਐਕਸਪਲੇਨੇਸ਼ਨ ਕਰਨ ਦੀ ਲੋੜ ਹੈ। ਪ੍ਰਭੂ ਦੇ ਅਕਾਲ ਪੁਰਖ ਦੇ ਉਸੇ ਸਿਸਟਮ ਦੇ ਅਧੀਨ ਰਹਿ ਕੇ ਉਹ ਨਾਮ ਅਭਿਆਸ ਕਰਦਾ ਹੈ, ਉਸੇ ਸਿਸਟਮ ਦੇ ਅਧੀਨ ਰਹਿ ਕੇ ਉਹ ਅਕਾਲ ਪੁਰਖ ਵਿੱਚ ਲੀਨ ਰਹਿੰਦਾ ਹੈ। ਗੁਰਮੁਖੇ ਸਾਚ ਨਾਮ ਪਤ ਉੱਤਮ, ਔਰ ਉਸੇ ਸਿਸਟਮ ਦੇ ਅਧੀਨ ਜੁੜੇ ਰਹਿਣ ਕਰਕੇ ਉਸ ਨਾਮ ਅਭਿਆਸੀ ਨੂੰ ਇੱਜ਼ਤ ਮਿਲਦੀ ਹੈ। ਗੁਰਮੁਖੇ ਸਾਚੈ ਰਹਿ ਸਮਾਏ, ਇਹ ਅੰਦਰੂਨੀ ਹੈ। ਦੋ ਲਾਵਾਂ ਜਿੱਥੇ ਵੀ ਹੋਣਗੀਆਂ ਉਹ ਅੰਦਰ ਦੀ ਗੱਲ ਹੋ, ਬਾਹਰ ਦੀ ਗੱਲ ਨਹੀਂ ਹੋਊਗੀ। ਹਮਾਰਾ ਇੱਕ ਹੈ ਹਰੀ ਹਰੀ, ਹਮਾਰਾ ਘਰ ਉਹ ਐਸ ਸਰੀਰ ਦੇ ਅੰਦਰ ਦੀ ਗੱਲ, ਸੂਖਸ਼ਮ ਦੀ ਗੱਲ ਹੋਏਗੀ ਜਿੱਥੇ ਵੀ ਦੋ ਲਾਵਾਂ ਹੋਣਗੀਆਂ। ਇਸ ਚੀਜ਼ ਨੂੰ ਪੱਕੀਆਂ ਕਰ। ਨਾਨਕ ਛਾਪ ਆਈ ਗੁਰਮੁਖੇ ਉਸ ਗੁਰੂ ਨਾਨਕ ਦੇ ਸਿਸਟਮ ਦੇ ਅਧੀਨ, ਗੁਰਮੁਖ ਸਿਸਟਮ ਦੇ ਅਧੀਨ ਸਗਲ ਭਵਨ ਕੀ ਸੋਝੀ ਹੋਏ। ਸਾਰੇ ਭਵਨਾਂ ਦੀ ਸੋਝੀ, ਸਾਰੇ ਭਵਨਾਂ ਦੀ ਸੋਝੀ ਕੀ ਹੈ? ਤਿੰਨ ਕਾਲ ਨੇ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਇਹ ਤਿੰਨ ਭਵਨ ਨੇ। ਇਹ ਸਾਰਾ ਉਸ ਸਿਸਟਮ ਦੇ ਅਧੀਨ ਰਹਿ ਕੇ ਗੁਰਮੁਖ ਨੂੰ ਸੋਝੀ ਆ ਜਾਂਦੀ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿ ਹਮੇਸ਼ਾ ਹੀ ਉਹ ਅਕਾਲ ਪੁਰਖ ਤਿੰਨਾਂ ਭਵਨਾਂ 'ਚ ਮੌਜੂਦ। ਅੱਗੇ ਕਵਣ ਮੂਲ ਆ ਗਈ ਹੁਣ ਵਾਰੀ। ਇਹ ਹੁਣ ਸਿੱਧ ਜਿਹੜੇ ਆ
ਅੱਕੇ ਬੈਠੇ ਸੀ ਬਾਬੇ ਨਾਨਕ ਨੂੰ ਸੁਣ ਸੁਣ ਕੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਖਾਜ ਹੋਈ। ਕਹਿੰਦੇ ਵੀ ਇਹ ਯਾਰ ਬਾਬਾ ਨਾਨਕ ਬੋਲੀ ਜਾਂਦਾ, ਸਾਨੂੰ ਸਮਝਾਈ ਜਾ ਰਿਹਾ। ਕਹਿੰਦੇ ਬਾਬਾ ਜੀ, ਬਾਬਾ ਨਾਨਕ ਜੀ ਉਹਨਾਂ ਨੂੰ ਸੰਬੋਧਨ ਹੋ ਕੇ, ਹੁਣੇ ਗੱਲ ਕਰਦੇ ਆ ਆਪਾਂ ਕਿੱਦਾਂ ਸੰਬੋਧਨ ਹੋ ਰਹੇ। ਕਹਿੰਦੇ ਤੁਹਾਡਾ ਬੇਸ ਕੀ ਹੈ, ਤੁਹਾਡਾ ਆਧਾਰ ਕੀ ਹੈ, ਮੂਲ ਆਧਾਰ ਤੇ ਕਵਣ ਮਤ ਵੇਲਾ, ਤੇ ਤੁਹਾਡਾ ਟਾਈਮ ਟੇਬਲ ਕੀ ਹੈ। ਮਤ ਵੇਲਾ, ਟਾਈਮ ਟੇਬਲ, ਤੁਹਾਡਾ ਨਿਤਨੇਮ ਕੀ ਹੈ। ਹੋਰ ਖੋਲੋ ਇਸ ਸ਼ਬਦ ਨੂੰ, ਜਿਹੜੀ ਟਰਮੀਨੋਲੋਜੀ ਇਹਨਾਂ ਨੇ ਵਰਤੀ ਹੈ ਅਸੀਂ ਉਹੀ ਵਰਤਣੀ। ਕਹਿੰਦੇ ਆਧਾਰ ਕੀ ਹੈ। ਇਹ ਹੁਣ ਇੰਟਰਸਟਿੰਗ ਪਾਰਟ ਸ਼ੁਰੂ ਹੋਣ ਲੱਗਾ। ਜੀਵਨ ਦਾ ਮੂਲ ਕੀ ਹੈ, ਤੇਰਾ ਟਾਈਮ ਟੇਬਲ ਕੀ ਹੈ, ਤੂੰ ਆਪਣਾ ਦਿਨ ਸ਼ੁਰੂ ਕਿੱਦਾਂ ਕਰਦਾ, ਦੁਪਹਿਰ ਤੇਰੀ ਕਿੱਦਾਂ, ਤੇਰਾ ਸ਼ਾਮ, ਸਾਨੂੰ ਇਹ ਸਾਰਾ ਦੱਸ। ਅੱਛਾ ਗੱਲ ਸੁਣ, ਤੂੰ ਗੱਲਾਂ ਬੜੀਆਂ ਕਰ ਰਿਹਾ, ਤੇਰਾ ਗੁਰੂ ਕੌਣ ਹੈ। ਜਿਸ ਕਾ ਤੂੰ ਚੇਲਾ, ਜਿਹਦਾ ਤੂੰ ਚੇਲਾ ਹੈ, ਤੂੰ ਸਾਨੂੰ ਆਪਣੇ ਗੁਰੂ ਨਾਲ ਜਾਣ ਪਛਾਣ ਕਰਾ। ਕਹਿੰਦੇ ਕਵਨ ਕਥਾ ਲੈ ਰਹੋ ਨਿਰਾਲੇ। ਕਹਿੰਦੇ ਐਸੀ ਕਿਹੜੀ ਗੱਲ ਹੈ ਤੂੰ ਜਿਹਦੇ ਨਾਲ ਨਿਰਲੇਪ ਰਹਿਣਾ, ਜਿਹਦੇ ਨਾਲ ਨਿਰਾਲਾ ਮਤਲਬ ਮਾਇਆ ਤੋਂ ਬਚਿਆ ਰਹਿਣਾ, ਮਾਇਆ ਤੋਂ ਅਲੱਗ ਰਹਿਣਾ। ਬੋਲੇ ਨਾਨਕ ਸੁਣੋ ਤੁਮ ਬਾਲੇ। ਆ ਹੁਣ ਇੱਥੇ ਭੁਲੇਖਾ ਪੈਂਦਾ। ਇਹ ਨਾਨਕ ਨੂੰ ਕਹਿ ਰਹੇ ਹੈ ਵੀ ਬੱਚਿਆ ਕਹਿ ਕੇ ਫਿਰ ਮੁੜ ਕੇ ਉੱਥੇ ਗੱਲ ਤੇ ਆ ਗਏ, ਕਿਉਂਕਿ ਉਹਨਾਂ ਨੂੰ ਉਹ ਗੱਲਾਂ ਫਿੱਟ ਤੇ ਬੈਠ ਰਹੀਆਂ, ਮਾਫਕ ਤੇ ਬੈਠ ਰਹੀਆਂ, ਸਮਝ ਤੇ ਰਹੇ ਹੈ, ਪਰ ਇਹਦੇ ਚੋਂ ਕਿਤੇ ਨਾ ਕਿਤੇ ਹਉਮੈ ਕੰਮ ਕਰ ਰਹੀ ਹੈ ਵੀ ਇਹ ਕੱਲ ਦਾ ਜਵਾਕ, ਕੱਲ ਦਾ ਛੋਟਾ ਬੱਚਾ, ਸਾਡੀਆਂ ਉਮਰਾਂ ਇੰਨੀਆਂ ਇਹ ਸਾਨੂੰ ਸਮਝਾ ਰਿਹਾ, ਗੱਲਾਂ ਬੜੀਆਂ ਪਰਫੈਕਟ ਕਰ ਰਿਹਾ। ਪਰ ਕਹਿੰਦੇ ਬੇਟਾ ਜੀ ਜਿਹੜਾ ਆ ਗੱਲ ਤੇ ਦੱਸੋ, ਇਹ ਗੱਲ ਤੇ ਸਾਨੂੰ ਸੁਣਾਓ ਕਿ ਕਿਹੜੀ ਗੱਲ ਨਾਲ ਤੁਸੀਂ ਨਿਰਲੇਪ ਰਹਿੰਦੇ ਹੋ ਮਾਇਆ ਤੋਂ। ਇਸ ਕਥਾ ਦਾ ਦੇਹ ਵਿਚਾਰ, ਆ ਗੱਲ ਦੀ ਜਿਹੜੀ ਵਿਚਾਰ ਹੈ, ਇਹ ਸਾਨੂੰ ਸਮਝਾ ਕਿ ਕਿਵੇਂ ਆਪਣੇ ਆਪ ਨੂੰ ਨਿਰਲੇਪ ਰੱਖਿਆ ਮਾਇਆ। ਭਵਜਲ ਸ਼ਬਦੇ ਲੰਘਾਵਣ ਹਾ। ਕਿਵੇਂ ਐਸ ਭਵਜਲ ਸਾਗਰ ਤੋਂ, ਭਵਜਲ ਦਾ ਮਤਲਬ ਇਹ ਨਹੀਂ ਕਿ ਕੋਈ ਸਮੁੰਦਰ ਹੈ, ਜਿਹਦਾ ਪਿੱਛੇ ਗੱਲ ਕੀਤੀ ਹੈ ਵੀ ਉਹ ਪੱਥਰ ਧਾਰ ਤੇ ਸਾਇਰ ਦੀ ਗੱਲ ਹੋਈ ਹੈ। ਭਵਜਲ ਇਹ ਹੈ, ਇਹ ਮਨੁੱਖਾ ਜਨਮ ਹੀ ਹੈ, ਮਨੁੱਖਾ ਜਨਮ ਹੀ ਹੈ। ਇਹ ਬੜਾ ਔਖਾ ਹੈ, ਇਸ ਕਰਕੇ ਇਹਨੂੰ ਸਾਗਰ ਕਹਿਤਾ, ਇਸ ਕਰਕੇ ਇਹਨੂੰ ਭਵਜਲ ਕਹਿ ਦਿੱਤਾ ਹੈ ਕਿ ਇੱਥੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਤੋਂ ਬਚ ਕੇ ਜਾਣਾ ਬੜਾ ਮੁਸ਼ਕਲ ਕੰਮ ਹੈ। ਇਸ ਕਰਕੇ ਇਹਨੂੰ ਭਵਜਲ ਕਿਹਾ ਕਿ ਇਸ ਭਵਜਲ ਤੋਂ ਅਸੀਂ ਸ਼ਬਦ ਦੇ ਨਾਲ, ਸ਼ਬਦ ਸਾਨੂੰ ਕਿਵੇਂ ਸਹਾਈ ਹੋਏਗਾ ਇੱਥੋਂ ਬਾਹਰ ਕੱਢਣ। ਆ ਗੱਲ ਸਾਡੇ ਨਾਲ ਕਰ। ਹੁਣ ਇੱਥੇ ਨੰਬਰ ਹੋ ਰਿਹਾ ਹੈ 43 ਖਤਮ। ਹੁਣ ਲਾਈਨ ਬਾਈ ਲਾਈਨ ਬਾਬਾ ਨਾਨਕ ਜੀ ਜਵਾਬ ਦਿੰਦੇ ਨੇ। ਕਹਿੰਦੇ ਕਵਣ ਮੂਲ ਕਵਣ ਮਤ ਵੇਲਾ। ਕਹਿੰਦੇ ਗੱਲ ਸੁਣੋ, ਮੇਰਾ ਜਿਹੜਾ ਆਰੰਭ ਹੈ ਨਾ, ਜਿਹੜੀ ਮੈਂ ਸ਼ੁਰੂਆਤ ਕਰਦਾ, ਇਹ ਹੁਣ ਚੀਜ਼ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਸਮਝਣੀ ਹੈ ਔਰ ਇਹਨੂੰ ਫੋਲੋ ਕਰਨਾ। ਹੁਣ ਆ ਦੇਖੋ ਬਾਬੇ ਨਾਨਕ ਦਾ ਨਿਤਨੇਮ, ਆ ਦੇਖੋ ਬਾਬੇ ਨਾਨਕ ਦਾ ਟਾਈਮ ਟੇਬਲ ਕਿ ਆਪਣੇ ਦਿਨ ਦੀ ਆਰੰਭਤਾ ਕਿੱਦਾਂ ਕਰਦੇ ਆ। ਇਹ ਸ਼ਬਦ ਵੱਲ ਬਾਅਦ ਚ ਅਸੀਂ ਆਵਾਂਗੇ, ਜਿਹੜਾ ਅਸੀਂ ਸ਼ਬਦ ਪਹਿਲਾਂ ਕਈ ਵਾਰੀ ਵਿਚਾਰਿਆ, ਜਿਹਦੇ ਚ ਹੈ ਕਿ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠੇ ਹਰ ਨਾਮ ਧਿਆ। ਇਹ ਮਹੱਲੇ ਚੌਥੇ ਦਾ ਸ਼ਬਦ ਹੈ, ਲੇਕਿਨ ਇੱਥੇ ਅਸੀਂ ਬਾਬੇ ਨਾਨਕ ਦੇ ਵੇਲੇ ਦੇ ਵਿੱਚ ਆ, ਮਹੱਲੇ ਪਹਿਲੇ ਦੇ ਟਾਈਮ ਦੇ ਵਿੱਚ ਆ, ਜਦੋਂ ਉਹ ਇਹ ਕੁਐਸਚਨਸ ਦੇ ਆਨਸਰ ਦੇ ਰਹੇ। ਕਹਿੰਦੇ ਗੱਲ ਸੁਣੋ ਮੇਰੀ, ਆਓ ਤੁਸੀਂ, ਅਸੀਂ ਨੰਬਰ 43 ਪੜ੍ਹ ਕੇ ਆਏ ਜੀ, ਨੰਬਰ 44 ਅਸੀਂ। ਉਹ ਕਹਿੰਦੇ ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਉਹ ਕਹਿੰਦੇ ਦੇਖੋ ਮੇਰੇ ਦਿਨ ਦੀ ਜਿਹੜੀ ਸ਼ੁਰੂਆਤ ਹੈ, ਮੇਰਾ ਨਿਤਨੇਮ ਹੈ ਜਿਹੜਾ ਪਵਨ ਆਰੰਭ,
ਹੁਣ ਇਹ ਬੜੇ ਧਿਆਨ ਦੇ ਨਾਲ ਮੈਂ ਬੇਨਤੀ ਕਰ ਰਿਹਾ ਕਿ ਇਹਨੂੰ ਸਮਝਣਾ ਪਊਗਾ। ਜਪ ਬਾਣੀ ਦੇ ਪਿੱਛੇ ਇੱਕ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਹੁਣ ਇਹ ਕੋਸ਼ਿਸ਼ ਤੇ ਮੇਰੀ ਸੀ ਵੀ ਮੈਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਖੋਲ ਕੇ ਆਈਏ, ਪਰ ਆਪਣਾ ਜਿਹੜਾ ਸੰਗਤ ਦਾ ਜਿਸ ਤਰ੍ਹਾਂ ਵਿਚਾਰ ਆਉਂਦਾ ਗਿਆ ਕਿ ਆਪਾਂ ਆ ਵਿਚਾਰ ਕਰੀਏ, ਉਸ ਤਰ੍ਹਾਂ ਆਪਾਂ ਕਰਦਾ ਕਿ ਚਲੋ ਨਾਲ ਨਾਲ ਆਪਾਂ ਇਹ ਚੀਜ਼ ਵੀ ਵਿਚਾਰੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਤੇ ਮਹਤ। ਹੁਣ ਇਹ ਸਾਨੂੰ ਦ੍ਰਿੜ ਕਰਾਤਾ ਤਕਰੀਬਨ ਸਾਰਿਆਂ ਨੇ ਕਿ ਜਿਹੜੀ ਪਵਨ ਹੈ ਉਹ ਗੁਰੂ ਹੈ, ਜਿਹੜਾ ਪਾਣੀ ਹੈ ਉਹ ਪਿਤਾ ਹੈ, ਜਿਹੜੀ ਮਾਤਾ ਹੈ ਉਹ ਧਰਤੀ ਹੈ, ਤੇ ਮਹਤ ਮਤਲਬ ਵੱਡੀ ਮਾਤਾ ਧਰਤ ਮਹਤ। ਅੱਛਾ, ਹੁਣ ਜੇ ਇਹ ਗੱਲ ਮੰਨ ਲਈਏ ਕਿ ਪਾਣੀ ਸਾਡਾ ਪਿਤਾ ਹੈ, ਫਿਰ ਇਹਨੂੰ ਇਹ ਕਿੱਥੇ ਲਾਵਾਂਗੇ ਵੀ ਹਰ ਜੀ ਮਾਤਾ ਹਰ ਜੀ ਪਿਤਾ? ਇਹਦਾ ਫਿਰ ਮਤਲਬ ਆਪਾਂ ਕਿਵੇਂ ਕੱਢਾਂਗੇ? ਅੱਛਾ, ਫਿਰ ਇਹਦਾ ਮਤਲਬ ਕਿਵੇਂ ਕੱਢਾਂਗੇ ਕਿ ਮਾਤਾ ਧਰਤ ਮਹਤ, ਵੱਡੀ ਮਾਂ, ਛੋਟੀ ਮੋਟੀ ਵੀ ਗੱਲ ਨਹੀਂ ਕੀਤੀ, ਕਹਿੰਦੇ ਵੱਡੀ ਮਾਂ ਜਿਹੜੀ ਆ ਉਹ ਧਰਤੀ। ਇਹ ਠੀਕ ਹੈ, ਇਹ ਹਿੰਦੂਇਜ਼ਮ ਦੀ ਥਿਊਰੀ ਤੱਕ ਇਹ ਠੀਕ ਹੈ ਮੀਨਿੰਗ। ਜੇ ਆਪਾਂ ਉਸ ਹਿੰਦੂਇਜ਼ਮ ਦੀ ਥਿਊਰੀ ਨੂੰ ਫੋਲੋ ਕਰਨਾ, ਇਹ ਮੀਨਿੰਗ ਠੀਕ ਹੈ। ਹੁਣ ਕੀ ਹੈ, ਇੱਥੇ ਗੁਰੂ ਲਫ਼ਜ਼ ਬੜਾ ਇੰਪੋਰਟੈਂਟ ਹੈ। ਬਾਬੇ ਨਾਨਕ ਨੇ ਬੜਾ ਭੇਦ ਰੱਖਿਆ ਹੈ ਆਪਣੀ ਗੁਰਬਾਣੀ ਦੇ ਵਿੱਚ। ਇਸੇ ਕਰਕੇ ਬਾਬੇ ਨਾਨਕ ਤੋਂ ਬਾਅਦ ਗੁਰੂ ਅੰਗਦ ਪਾਤਸ਼ਾਹ ਨੇ ਇੰਨੀ ਸੌਖੀ ਬਾਣੀ ਦਿੱਤੀ ਹੈ, ਔਰ ਉਹਨਾਂ ਨੇ ਸਿਰਫ ਸ਼ਲੋਕ ਹੀ ਰਚੇ ਨੇ, ਛੋਟੇ ਸ਼ਲੋਕ ਰਚੇ ਨੇ। ਕੋਈ ਸ਼ਬਦ ਨਹੀਂ ਹੈ ਉਹਨਾਂ ਦਾ, ਕੋਈ ਰਾਗ ਨਹੀਂ ਉਹਨਾਂ ਨੇ ਰਚਿਆ, ਐਨ ਸੌਖਾ ਤਰੀਕਾ ਕਰ ਦਿੱਤਾ। ਜੇ ਉਹ ਸ਼ਲੋਕ ਅਸੀਂ ਗੁਰੂ ਅੰਗਦ ਪਾਤਸ਼ਾਹ ਦੇ ਪੜ੍ਹਦੇ ਹਾਂ ਤੇ ਬਾਬੇ ਨਾਨਕ ਦੇ ਬਾਣੀ ਦੇ ਭੇਦ ਜਿਹੜੇ ਗੁੱਝੇ ਰੱਖੇ ਨੇ ਉਹ ਸਾਨੂੰ ਫਿਰ ਖੁੱਲਦੇ। ਜਿੱਦਾਂ ਜਪ ਬਾਣੀ ਜਿਹੜੀ ਹੈ, ਇਹ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਆਪਣਾ ਕਲਾਮ ਹੈ, ਜਿਹੜਾ ਬਾਬੇ ਨਾਨਕ ਨੂੰ ਅਕਾਲ ਪੁਰਖ ਨੇ, ਜਿੱਥੋਂ ਬਾਬਾ ਨਾਨਕ ਦੀਖਿਅਤ ਹੋਏ ਸੀ। ਦੀਖਿਆ ਕੀ ਹੈ? ਦੀਖਿਆ ਹੈ ਗੁਰੂ ਦੀ ਮੱਤ ਦੇ ਨਾਲ ਆਪਣਾ ਜੀਵਨ ਜਿਉਣਾ। ਇਹ ਜਿੰਨੀ ਜਪ ਬਾਣੀ ਇਸੇ ਕਰਕੇ ਇੰਨੀ ਇੰਪੋਰਟੈਂਟ ਹੈ। ਪੁਰਾਣੇ ਸਮਿਆਂ ਦੇ ਤੋਂ ਇਹ ਚੱਲਿਆ ਆ ਰਿਹਾ ਕਿ ਇਹ ਬਾਣੀ ਰੋਜ਼ ਪੜ੍ਹਨੀ ਗੁਰਸਿੱਖ ਨੇ, ਔਰ ਪੜ੍ਹ ਕੇ ਬੁੱਝਣੀ ਹੈ। ਪਰ ਉਹ ਅਸੀਂ ਤੇ ਪੜ੍ਹਨ ਵਾਲੀ ਗੱਡੀ ਅਸੀਂ ਫੜ ਲਈ ਹੈ, ਪਰ ਬੁੱਝਣ ਵਾਲੀ ਗੱਡੀ ਦਾ ਸਾਨੂੰ ਪਤਾ ਹੀ ਨਹੀਂ ਅਜੇ ਕਿ ਉਹ ਕਿੱਥੇ ਫੜਨੀ ਹੈ, ਕਿਹੜਾ ਸਟੇਸ਼ਨ ਆ ਉਹਦਾ। ਅਸੀਂ ਦੇਹ ਪਾਠ ਤੇ ਪਾਠ ਚੜਾਇਆ ਪਿਆ, 21 ਪਾਠ ਕਰਦੇ ਨੇ, 40 ਪਾਠ ਕਰਦੇ ਨੇ, 51 ਪਾਠ ਕਰਦੇ ਨੇ, ਪਰ ਉਹ ਸਮਝਦਾ ਕੋਈ ਨਹੀਂ। ਹੁਣ ਇੱਥੇ ਗੁਰੂ ਲਫ਼ਜ਼ ਬੜਾ ਇੰਪੋਰਟੈਂਟ ਹੈ ਇਸ ਸ਼ਲੋਕ ਦੇ ਵਿੱਚ ਕਿ ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤ ਉਹ ਵੀ ਗੁਰੂ, ਉਹ ਕੋਈ ਹੋਰ ਨਹੀਂ ਹੈ, ਪਾਣੀ ਪਿਤਾ ਨਹੀਂ ਹੈ। ਇਹਦੇ ਬਾਰੇ ਅਸੀਂ ਬਾਅਦ ਚ ਵਿਚਾਰ ਕਰਾਂਗੇ, ਲੇਕਿਨ ਮੋਟਾ ਮੈਂ ਦੱਸਦਾ ਜਾਵਾਂ ਕਿ ਇਹ ਸਾਡੇ ਵਾਸਤੇ ਗੁਰੂ ਸ਼ਬਦ ਹੀ ਸਾਰਾ ਕੁਝ ਹੈ। ਹੁਣ ਇੱਥੇ ਆ ਜਾਓ ਨੰਬਰ 44 ਦੇ। ਉਹਨਾਂ ਨੇ ਉੱਥੇ ਪੁੱਛਿਆ ਸੀ ਕਵਣ ਮੂਲ ਕਵਣ ਮਤ ਵੇ। ਇੱਥੇ ਬਾਬਾ ਨਾਨਕ ਉਹਨਾਂ ਨੂੰ ਦੱਸ ਰਹੇ, ਕਹਿੰਦੇ ਮੇਰਾ ਜਿਹੜਾ ਆਰੰਭ ਹੈ, ਮੇਰਾ ਜਿਹੜਾ ਟਾਈਮ ਟੇਬਲ ਹੈ, ਆ ਹੁਣ ਸੁਣ ਲਓ, ਮੇਰਾ ਜਿਹੜਾ ਨਿਤਨੇਮ ਹੈ ਮੈਂ ਕਿੱਦਾਂ ਸ਼ੁਰੂ ਕਰਾਂ। ਕਹਿੰਦੇ ਪਵਨ ਆਰੰਭ ਸਤਿਗੁਰ ਮਤ ਵੇਲਾ। ਮੈਂ ਹਵਾ ਦੇ ਨਾਲ ਆਪਣਾ ਜਿਹੜਾ ਦਿਨ ਦੀ ਸ਼ੁਰੂਆਤ ਕਰਦਾ। ਹਵਾ ਕੀ ਹੈ? ਪਵਨ ਕੀ ਹੈ? ਇਹ ਪਵਨ ਉਹੀ ਹੈ ਜਿਹੜੀ ਸਾਡੇ ਸਰੀਰ ਦੇ ਅੰਦਰ ਜਿਹੜੇ ਪ੍ਰਾਣ ਚੱਲਦੇ, ਥੱਲੇ ਉੱਤੇ ਹੁੰਦੀ ਹੈ, ਥੋੜੀ ਜੀ ਕੁਆਂਟੀਟੀ ਦੀ ਹਵਾ ਹੈ, ਉਹ ਅੰਦਰ ਜਾਂਦੀ ਹੈ ਤੇ ਬਾਹਰ ਆਉਂਦੀ ਹੈ। ਜਿੱਦਣ ਇਹ ਪ੍ਰਾਣ ਅੰਦਰੋਂ, ਇੰਨੀ ਜਿਹੀ ਚੀਜ਼ ਹੈ, ਜਿੱਦਣ ਇਹ ਹਵਾ ਅੰਦਰੋਂ ਬਾਹਰ ਹੋ ਗਈ ਉਦੋਂ ਖਤਮ ਕੰਮ। ਆ ਕਹਿੰਦੇ ਮੇਰਾ ਆਰੰਭ ਹੈ, ਮੈਂ ਆਪਣੇ ਪ੍ਰਾਣਾਂ ਦੇ ਵਿੱਚ ਉਸ ਕਰਤੇ ਪੁਰਖ ਦੇ ਨਾਮ ਨੂੰ ਵਸਾਉਣ ਦੀ ਕੋਸ਼ਿਸ਼ ਕਰਦਾ। ਕਿਸ ਤਰ੍ਹਾਂ? ਸਤਿਗੁਰ ਮਤ ਵੇਲਾ। ਮੈਂ ਗੁਰੂ ਦੀ
दीख्या, गुरु दी दीख्या, दीख्या है गुरु दी मत दे नाल अपना जीवन जीवना। हाँ, हुण जे ऐस ढंग नाल असीं गुरु दी मत दे नाल अपना जीवन जीव रहे then we are good सिख, ਅਸੀਂ ਚੰਗੇ ਸਿੱਖ ਹਾਂ। ਤੇ ਜੇ ਅਸੀਂ ਥਾਂ ਤੇ ਧੱਕੇ ਖਾਈ ਜਾਣੇ, ਗੁਰਦੁਆਰੇ ਅਸੀਂ ਖਾ ਕੇ ਰੋਟੀਆਂ ਚਾਰ ਦਾਲ ਖਾ ਕੇ ਮਾਂਹ ਦੀ, ਮੁੜ ਕੇ ਆ ਕੇ ਗੈਸ ਹੋਈ ਰਹਿਣੀ ਸਾਰਾ ਦਿਨ, ਤੇ ਆ ਕੇ ਆਰਾਮ ਦਾ ਵੇਲਾ ਹੋ ਜਾਣਾ, ਜੇ ਰਾਤ ਨੂੰ ਫੇਰ ਨੀਂਦ, ਜੇ ਇੰਨਾ ਹੀ ਕੰਮ ਕਰਨਾ ਤੇ ਉਹ ਫਿਰ ਵੱਖਰੀ ਇੱਕ ਕੁਆਲਿਟੀ ਆ, ਉਹਦਾ ਇੱਕ ਵੱਖਰਾ ਫਿਰ ਉਹਦਾ ਸਤਿਗੁਰ ਦੀ ਮੱਤ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ, ਕਿਉਂਕਿ ਮੱਤ ਤੇ ਲੈ ਕੇ ਨਹੀਂ ਆਏ ਅਸੀਂ। ਪਵਨ ਆਰੰਭ ਸਤਿਗੁਰ ਮਤ ਵੇਲਾ, ਕਹਿੰਦੇ ਮੈਂ ਹਵਾ ਤੋਂ, ਪਵਨ ਆਰੰਭ ਸ਼ਬਦ ਤੋਂ, ਸ਼ਬਦ ਅੰਦਰ ਬਾਹਰ ਮੇਰੇ ਇੱਕ ਆਖ ਆਖੈ, ਇੱਕੇ ਆਖ ਆਖੈ, ਸ਼ਬਦ ਭਾਖੈ, ਅਰਧ ਉਰਧ ਦਿਨ ਰਾਤ। ਅੱਗੇ ਲਿਖਤਾ ਉਹਨਾਂ ਨੇ, ਕਹਿੰਦੇ ਸ਼ਬਦ, ਇੱਕ ਸ਼ਬਦ, ਦੱਦੇ ਨੂੰ ਔਂਕੜ, ਇਹਦਾ ਮਤਲਬ ਇੱਕ ਸ਼ਬਦ, ਗੁਰੂ ਸੁਰਤੇ ਧੁਨੇ ਚੇਲਾ। ਇੱਕ ਜਿਹੜਾ ਸ਼ਬਦ ਹੈ ਗੁਰੂ, ਸ਼ਬਦ ਦਾ ਅੱਧਾ ਹਿੱਸਾ ਦੱਸ ਗਏ, ਪੂਰਾ ਨਹੀਂ ਖੋਲਿਆ ਸ਼ਬਦ, ਅੱਧਾ ਹਿੱਸਾ ਦੱਸ ਗਏ, ਕਹਿੰਦੇ ਉਸ ਸ਼ਬਦ ਦੇ ਵਿੱਚ ਮੈਂ ਆਪਣੀ ਸੁਰਤੀ ਨੂੰ ਟਿਕਾਉਣਾ ਹਾਂ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਸੁਰਤੇ ਧੁਨੇ ਚੇਲਾ। ਚੇਲਾ ਦਾ ਮਤਲਬ ਇਹ ਨਹੀਂ ਹੈ, ਕੇਵਲ ਇਹ ਨਹੀਂ ਹੈ ਕਿ ਚੇਲਾ ਸਟੂਡੈਂਟ ਜਾਂ ਸ਼ਿਸ਼ ਜਾਂ ਸਿੱਖ। ਚੇਲਾ ਦਾ ਮਤਲਬ ਹੈ ਟੂ ਫੋਲੋ। ਗੁਰੂ ਨੇ ਜੋ ਕਹਿਤਾ, ਜੋ ਬਚਨ ਗੁਰੂ ਨੇ ਦੱਸੇ ਨੇ, ਉਹਦੇ ਉਹਦੇ ਉਹ ਇੱਕ ਇੱਕ ਬਚਨ ਦੇ ਉੱਤੇ ਫੁੱਲ ਚੜਾਉਣੇ, ਇਹ ਹੁੰਦਾ ਟੂ ਫੋਲੋ। ਆਓ ਜੀ ਦੁਬਾਰਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤੇ ਧੁਨੇ ਚੇਲਾ। ਕਹਿੰਦੇ ਉਹ ਸ਼ਬਦ ਦੇ ਅਭਿਆਸ ਦੇ ਨਾਲ, ਉਸ ਧੁਨ ਦੇ ਧਿਆਨ ਦੇ ਨਾਲ ਮੈਂ ਆਪਣੇ ਗੁਰੂ ਨੂੰ ਫਾਲੋ ਕਰਦਾ। ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ। ਕਹਿੰਦੇ ਗੁਰੂ ਕਿਹੜਾ ਜਿਹਨੂੰ ਤੂੰ ਫੋਲੋ ਕਰਦਾ। ਆਹ ਸਾਨੂੰ ਗੱਲ ਸੁਣਾ। ਇੱਥੇ ਜਵਾਬ ਦਿੰਦੇ ਆ ਪਵਨ ਆਰੰਭ, ਇਹ ਚੀਜ਼ ਹੋਰ ਖੁੱਲੇਗੀ, ਇਹ ਚੀਜ਼ ਹੋਰ ਖੁੱਲੇਗੀ। ਜਿਹੜੇ ਨਾਮ ਅਭਿਆਸੀ ਨੇ ਆਲਰੇਡੀ, ਉਹਨਾਂ ਦੇ ਇਹ ਪਕੜ ਚ ਆ ਰਹੀ ਹੈ ਚੀਜ਼, ਆਈ ਨੋ ਦੈਟ। ਪਰ ਜਿਹੜੇ ਨਵੇਂ ਇਸ ਬੰਨੇ ਲੱਗਣਗੇ, ਉਹਨਾਂ ਨੂੰ ਹੌਲੀ ਹੌਲੀ 5 7 10 ਵਾਰੀ ਸੁਣ ਕੇ ਬਾਣੀ ਦਾ ਅਭਿਆਸ ਆਪ ਕਰਕੇ ਇਹ ਚੀਜ਼ ਬਾਰੇ ਪਤਾ ਲੱਗ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤੇ ਧੁਨ ਚੇਲਾ। ਕਹਿੰਦੇ ਅਕਥ ਕਥਾ ਲੈ ਰਹੋ ਨਿਰਾਲਾ। ਹੁਣ ਪੁੱਛਿਆ ਸੀ ਉਹਨਾਂ ਨੇ ਵੀ ਮਾਇਆ ਤੋਂ ਨਿਰਲੇਪ ਕਿਵੇਂ ਰਹਿ ਰਹੇ ਹਨ, ਇਹ ਤੇਰਾ ਬਚਾਅ ਕਿੱਦਾਂ ਹੋ ਰਿਹਾ ਹੈ। ਅਕਥ ਕਥਾ ਕੀ ਹੈ? ਅਕਥ ਕਥਾ ਪ੍ਰਭੂ ਦੀਆਂ ਗੱਲਾਂ ਨਹੀਂ ਹੈ, ਅਕਥ ਕਥਾ ਹੈ ਹੀ ਸ਼ਬਦ ਦਾ ਅਭਿਆਸ ਹੈ। ਕਿਉਂਕਿ ਸ਼ਬਦ ਦੇ ਅਭਿਆਸ ਨੇ ਹੀ, ਸ਼ਬਦ ਦੇ ਜਾਪ ਨੇ ਹੀ ਸਾਨੂੰ ਮਾਇਆ ਤੋਂ ਨਿਰਲੇਪ ਕਰਨਾ ਹੈ। ਸੋ ਇਸ ਕਰਕੇ ਅਕਥ ਕਥਾ, ਇਹ ਹੋ ਸਕਦਾ ਜਿਹੜੇ ਕਥਾਕਾਰ ਹੋਣ ਉਹ ਇਹਦੀ ਵਿਆਖਿਆ ਏਦਾਂ ਕਰਨ ਵੀ ਕਥਾ ਸੁਣੋ, ਕਿਉਂਕਿ ਉਹ ਆਪ ਕਥਾ ਕਰਦੇ ਆ ਤੇ ਉਹ ਉਹਨਾਂ ਦਾ ਕੰਮ ਹੈ, ਉਹਨਾਂ ਦਾ ਸਾਧਨ ਹੈ ਕਮਾਈ ਦਾ। ਨਾ, ਅਕਥ ਕਥਾ ਐਬਸੋਲੂਟਲੀ ਨਾਮ ਦਾ, ਸ਼ਬਦ ਦਾ, ਬਚਨ ਦਾ ਅਭਿਆਸ ਹੈ। ਕਹਿੰਦੇ ਉਸ ਸ਼ਬਦ ਦੇ ਅਭਿਆਸ ਦੇ ਨਾਲ, ਅਕਥ ਕਥਾ ਦੇ ਨਾਲ ਮੈਂ ਮਾਇਆ ਤੋਂ ਨਿਰਲੇਪ ਰਹਿਣਾ ਹਾਂ। ਨਾਨਕ ਜੁਗ ਜੁਗੇ ਗੁਰ ਗੋਪਾਲ। ਤੇ ਉਹ ਜਿਹੜਾ ਅਕਾਲ ਪੁਰਖ ਹੈ, ਜਿਹੜਾ ਗੁਰ ਗੋਪਾਲ ਹੈ, ਗੋਪਾਲ ਜਿਹੜਾ ਇਹ ਉਹਦਾ ਅਕਾਲ ਪੁਰਖ ਦਾ ਨਾਮ ਹੈ, ਗੋਪਾਲ, ਗੋਬਿੰਦ। ਇਹਦੇ ਵੱਖਰੇ ਵੱਖਰੇ ਮੀਨਿੰਗਸ ਨੇ, ਵੱਖਰੀਆਂ ਵੱਖਰੀਆਂ ਕੁਆਲਿਟੀਜ਼ ਨੇ। ਤੇ ਉਹ ਜਿਹੜਾ ਅਕਾਲ ਪੁਰਖ ਹੈ, ਜਿਹੜਾ ਯੁਗ ਯੁਗ ਦੇ ਵਿੱਚ ਮੌਜੂਦ ਹੈ, ਉਹਦੀਆਂ ਆ ਕੁਆਲਿਟੀਜ਼। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ।
अकथ कथा ले रहो निराला, नानक जुग जुग गुर गोपाला। अगे एक शब्द जित कथा विचारी, इको शब्द की गल हो रही है, केवल ते केवल गुर शब्द है, एक शब्द है जिस दे नाल उस अकाल पुरख दे गुणा दी विचार की जा सकती है। केवल ते केवल एक शब्द है। पवन आरंभ सतगुर मत वेला, शब्द गुरु सुर ते धुन चेला, अकथ कथा ले रहो निराला, नानक जुग जुग गुर गोपाला। एक शब्द जित कथा विचारी, इस कथा की जिहड़ी विचार है, इस भेद की जिहड़ी विचार है, वो भी एक शब्द ने ही खोलनी है। किस तरह? ज्ञान ध्यान मान दान तह पाप खंडली, मन रसक रसन नाम जपत। ज्ञान ध्यान मान दान मन रसक रसन नाम जपत, तह पाप खंडली। गुरमुखे हौमै अगन निवारी, कहते मेरा एक सिस्टम है, मैं पूरे गुरु का चेला, शब्द रूपी गुरु का चेला। एक ओ जिन्हों असीं एक ओंकार पढ़ते, एक दी गल तां कीती है, एक रब नूं मनना, एक रब दे विच प्रतीत भरोसा, एक रब तो दीखियत, दीखियत दा भाव गुरु दी मत नाल अपना जीवन जीवना। चौथे नंबर ते है कि जिस नूं मन्निया है उस दी इबादत, उस दी भगती कर। कहंदे उसे सिस्टम ने मेरी जिहड़ी ये हौमे दी अग है, ये अंदरों दूर कर दी है। ये हो गया नंबर 44। आगे चलिए, कहते मैन के दंत क्यों खाइया सार। कहते इधर बेटा जी इधर आओ जरा। कहते ये गल दस भी मोम के दंदां नाल लोहा किवें खाधा जाए। हुण ना हुण ਉਹ ਉਡਾਉਣੀ ਪਾਉਣੀ ਚਾਹੁੰਦੇ ਬਾਬੇ ਨਾਨਕ। ਦੇਖੋ ਗੱਲ ਕਿੱਥੋਂ ਦੀ ਕਿੱਥੇ ਲੈ ਕੇ ਆਂਦੀ ਉਹਨਾਂ। ਉੱਥੇ ਉਹਨਾਂ ਨੂੰ ਕੋਈ ਗੱਲ ਨਹੀਂ ਆਈ, ਕੋਈ ਕਹਿੰਦੇ ਮੈਨ ਕੇ ਦੰਤ ਕਿਉਂ ਖਾਈਏ ਸਾਰ। ਕਹਿੰਦੇ ਜੇ ਬੰਦੇ ਦੇ ਮੋਮ ਦੇ ਦੰਦ ਹੋਣ ਤੇ ਉਹ ਲੋਹਾ ਕਿਵੇਂ ਚੱਬੂਗਾ। ਕਹਿਣ ਦਾ ਭਾਵ ਪਤਾ ਕੀ ਹੈ? ਉਹ ਕਹਿ ਰਹੇ ਹੈ ਕਿ ਜਿਹੜੀ ਤੂੰ ਸ਼ਬਦ ਦੀ ਗੱਲ ਕਰ ਰਹੇ ਹੈ, ਇਹ ਹਉਮੈ ਇੰਨੀ ਬਲਵਾਨ ਹੈ, ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੰਨੇ ਬਲਵਾਨ ਨੇ। ਅਸੀਂ ਕਰਕੇ ਦੇਖ ਲਿਆ, ਇੱਥੇ ਜੰਗਲਾਂ 'ਚ ਦੂਰ ਬੈਠੇ ਆ, ਸਾਰਾ ਕੁਝ ਕਰਕੇ ਦੇਖ ਲਿਆ, ਪਰ ਕਹਿੰਦੇ ਇਹ ਤੇ ਚੀਜ਼ ਕਾਬੂ ਨਹੀਂ ਆ ਸਕਦੀ। ਮੈਨ ਕੇ ਦੰਤ ਕਿਉਂ ਖਾਈਏ ਸਾਰੇ, ਤੇ ਇਹ ਤੇ ਇਦਾਂ ਹੈ ਕਿ ਸਾਡੇ ਦੰਦ ਮੋਮ ਦੇ ਨੇ ਔਰ ਅਸੀਂ ਲੋਹਾ ਚੱਪਣ ਨੂੰ ਸਾਨੂੰ ਦੇ ਦਿੱਤਾ ਕਿਸੇ ਨੇ। ਇਹ ਤੇ ਪੋਸੀਬਲ ਨਹੀਂ ਹੈ। ਕਿੱਦਾਂ ਹਉਮੈ ਦੀ ਅੱਗ ਜਿਹੜੀ ਹੈ ਉਹ ਸ਼ਬਦ ਦੇ ਨਾਲ ਬੁਝੇਗੀ। ਜਿਤ ਗਰਭ ਜਾਏ ਸੋ ਕਵਣ ਆਹਾਰ। ਉਹ ਕਿਹੜਾ ਖਾਣਾ ਹੈ ਜਿਹਦੇ ਨਾਲ ਮਨ ਦਾ ਹੰਕਾਰ ਦੂਰ ਹੋ ਜੇ। ਹਿਵੈ ਕਾ ਘਰ ਮੰਦਰ ਅਗਨ ਪਿਰਾਹਨ। ਵਾਹਿਗੁਰੂ ਵਾਹਿਗੁਰੂ। ਮੈਨ ਕੇ ਦੰਤ ਕਿਉਂ ਖਾਈਏ ਸਾਰ। ਦੇਖੋ, ਜਿਤ ਗਰਭ ਜਾਏ ਸੋ ਕਵਣ ਆਹਾਰ, ਹਿਵੈ ਕਾ ਘਰ ਮੰਦਰ ਅਗਨ ਪਿਰਾਹਨ। ਕਹਿੰਦੇ ਜੇ ਬਰਫ਼ ਦਾ ਘਰ ਹੋਵੇ ਉਹਦੇ ਤੇ ਅੱਗ ਵਰਦੀ ਹੋਵੇ ਚਾਰੇ ਪਾਸਿਓਂ, ਤੇ ਕਿੱਦਾਂ ਉਹ ਤੋਂ ਬਚਾਅ ਹੋਊਗਾ। ਕਹਿੰਦੇ ਕਵਨ ਗੁਫਾ ਜਿਤ ਰਹਿ ਅਵਾਹਨ। ਤੇ ਕਿਸ ਗੁਫਾ ਵਿੱਚ ਉਹਨੂੰ ਰੱਖੀਏ ਕਿ ਉਹ ਟਿਕਿਆ ਰਹੇ। ਮਨ ਦੀ ਗੱਲ, ਕਿਹੜੀ ਗੁਫਾ 'ਚ ਉਹਨੂੰ ਰੱਖੀਏ ਕਿ ਉਹ ਇੱਧਰੋਂ ਵਿਚਾਰਾਂ ਤੋਂ ਮੁਕਤ ਰਵੇ, ਉਹਦੇ 'ਚ ਕੋਈ ਭੈੜੇ ਵਿਚਾਰ ਨਾ ਆਉਣ। ਕਹਿੰਦੇ ਇਤ ਉਤ ਕਿਸ ਕੋ ਜਾਣ ਸਮਾਵੈ। ਕਹਿੰਦੇ ਇੱਥੇ ਵੀ ਤੇ ਉੱਥੇ ਵੀ ਕਿਹਦੀ ਪਛਾਣ ਕਰਕੇ ਕਿਹਦੇ ਵਿੱਚ ਇਸ ਮਨ ਨੂੰ ਲੀਨ ਰੱਖੀਏ। ਕਵਨ ਧਿਆਨ ਮਨ ਮਨੈ ਸਮਾਵੈ। ਉਹ ਕਿਹੜਾ ਧਿਆਨ ਹੈ ਜਿਸ ਕਰਕੇ ਮਨ ਜਿਹੜਾ ਉਹ ਬਾਹਰ ਨਾ ਜਾਵੇ ਇਸ ਸਰੀਰ ਤੋਂ। ਘਰ ਰਹੋ ਰੇ ਮਨ ਮੁਗਧ ਇਆਣੇ। ਇਹ ਬਾਬੇ ਨਾਨਕ ਦਾ ਸ਼ਬਦ ਹੈ, ਬਹੁਤ ਵੱਡਾ ਸ਼ਬਦ ਹੈ।
और इन्ना मीनिंगफुल है कि मेरा ख्याल नहीं है कि इस शब्द ਨੂੰ ਪੜ੍ਹਨ ਤੋਂ ਬਾਅਦ ਕੋਈ ਭੁਲੇਖਾ ਰਹਿ ਜਾਣਾ ਚਾਹੀਦਾ। ਘਰ ਰਹੋ ਰੇ ਮਨ ਮੁਗਧ ਇਆਨੇ। ਕਿਸ ਤਰ੍ਹਾਂ? ਕਹਿੰਦੇ ਰਾਮ ਜਪੋ ਅੰਤਰਗਤ ਧਿਆਨੇ, ਇਹ ਹੈ ਮਾਰੂ ਮਹੱਲਾ ਪਹਿਲਾ। ਬਾਬੇ ਨਾਨਕ ਨੂੰ ਅਸੀਂ ਫੋਲੋ ਕਰਨਾ। ਬਾਬੇ ਨਾਨਕ ਦੀ ਅੱਜ ਅਸੀਂ ਬਾਣੀ, ਬਾਬੇ ਨਾਨਕ ਦੇ ਜਵਾਬ ਘੋਖ ਰਹੇ ਹਾਂ। ਇਸ ਕਰਕੇ ਜਿੰਨੀਆਂ ਵੀ ਐਗਜ਼ਾਮਪਲਸ ਮੈਂ ਲੈ ਰਿਹਾ ਉਹਨਾਂ ਦੀ ਬਾਣੀ ਚੋਂ ਲੈ ਰਿਹਾ। ਦੇਖੋ 45 ਨੰਬਰ ਨੂੰ ਇੱਕ ਵਾਰ ਫੇਰ ਪੜੋ। ਕਿਸ ਤਰ੍ਹਾਂ ਬਾਬੇ ਨਾਨਕ ਨੂੰ ਉਹਨਾਂ ਨੇ ਦੇਖੋ ਕਿ ਫਸਾਉਣਾ ਚਾਹਿਆ। ਬਾਬੇ ਨਾਨਕ ਨੇ ਕਿ ਇਹਨੂੰ ਨਿਰਉੱਤਰ ਕਰੀਏ। ਮੈਣ ਕੇ ਦੰਤ ਕਿਉਂ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ। ਹਿਵੈ ਕਾ ਘਰ ਮੰਦਰ ਅਗਨ ਪਿਰਾਹਨ। ਕਹਿੰਦੇ ਘਰ ਹੋਵੇ ਬਰਫ਼ ਦਾ ਤੇ ਉੱਤੇ ਅੱਗ ਦਾ ਚੋਲਾ ਪਾਇਆ ਹੋਵੇ। ਕਵਨ ਗੁਫਾ ਜਿਤ ਰਹਿ ਅਵਾਹਨ। ਤਾਂ ਉਹ ਜਿਹੜਾ ਫਿਰ ਕਿਹੜੀ ਗੁਫਾ ਦੇ ਵਿੱਚ ਮਨ ਨੂੰ ਰੱਖੀਏ ਜਿਹੜਾ ਉਹ ਇੱਧਰ ਉੱਧਰ ਨਾ ਭਟਕੇ। ਇਤ ਉਤ ਕਿਸ ਕੋ ਜਾਣ ਸਮਾਵੈ, ਕਵਨ ਧਿਆਨ ਮਨ ਹੈ ਸਮਾਵੈ। ਹੁਣ ਆਓ ਜੀ ਅੱਗੇ ਨੰਬਰ 46 ਦੇ। ਨੰਬਰ 46 ਕੀ ਕਹਿੰਦਾ? ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਹਉ ਮੈਂ ਵਿੱਚੋਂ ਖੋਵੈ। ਦੇਖੋ ਇਹ ਦੋ ਵਾਰੀ ਬਾਬੇ ਨਾਨਕ ਨੂੰ ਲਿਖਣਾ ਪੈ ਗਿਆ। ਜਿਹੜਾ ਸਿੱਖ ਗੁਰੂ ਦੇ ਸਨਮੁਖ ਹੈ, ਸਨਮੁਖ ਕਿਸ ਤਰ੍ਹਾਂ ਕਿ ਉਹ ਗੁਰਮੁਖ ਸਿਸਟਮ ਦੇ ਵਿੱਚ ਹੈ। ਗੁਰਮੁਖ ਸਿਸਟਮ ਕੀ ਹੈ? ਇਸ ਚੀਜ਼ ਨੂੰ ਪੱਕਿਆ ਕਰ ਲਓ ਜੀ। ਇਹ ਜਪ ਬਾਣੀ ਦੀ ਕਦੇ ਵਿਚਾਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਤਰਸ ਕੀਤਾ, ਆਪਾਂ ਖੋਲਾਂਗੇ ਉਹਦੇ ਵਿੱਚ ਚੀਜ਼ਾਂ ਆਉਣਗੀਆਂ ਔਰ ਉਹਨਾਂ ਨੂੰ ਆਪਾਂ ਅਡਾਪਟ ਕਰਨਾ। ਪਰ ਹਲੇ ਹਾਲ ਦੀ ਘੜੀ ਇਸ ਚਾਰਾਂ ਚੀਜ਼ਾਂ ਨੂੰ ਪੱਕਾ ਕਰ ਲਓ। ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਦੇ ਵਿੱਚ ਭਰੋਸਾ, ਇੱਕ ਰੱਬ ਤੋਂ ਅਸੀਂ ਦੀਖਿਆ ਲੈਣੀ ਹੈ ਔਰ ਇੱਕ ਰੱਬ ਦੀ ਇਬਾਦਤ ਕਰਨੀ। ਇੱਕ 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 ਇੱਕ। ਕਹਿੰਦੇ ਹਉ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਇੱਕੋ ਹੋਵੈ। ਕਹਿੰਦੇ ਗੁਰਮੁਖ ਸਿਸਟਮ ਦੇ ਅਧੀਨ ਆ ਜਾਓ, ਇੱਕ ਨੂੰ ਮੰਨਣਾ ਸ਼ੁਰੂ ਕਰ ਦਿਓ, ਇੱਕ ਨੂੰ ਜਪਣਾ ਸ਼ੁਰੂ ਕਰ ਦਿਓ, ਇੱਕ ਦੇ ਵਿੱਚ ਭਰੋਸਾ ਰੱਖੋ, ਇੱਕ ਦੁਆਰਾ ਦੀਖਿਤ ਹੋਵੋ। ਕਹਿੰਦੇ ਦੂਜਾ ਮੇਟੈ ਇੱਕੋ ਹੋਵੈ। ਮਨ ਤੁਹਾਡਾ ਖੜਾ ਹੋ ਜਾਏਗਾ, ਮਨ ਤੁਹਾਡਾ ਕਾਬੂ ਆ ਜਾਏਗਾ। ਉਹਦੇ ਚ ਇੱਕ ਤੋਂ ਸਿਵਾਏ ਕੋਈ ਦੂਜੀ ਗੱਲ ਨਹੀਂ ਹੋਏਗੀ ਔਰ ਹੌਲੀ ਹੌਲੀ ਇੱਕ ਮਿਕ ਹੋ ਜਾਏਗਾ ਮਨ। ਕਹਿੰਦੇ ਜਗ ਕਰੜਾ ਮਨ ਮੁਖ ਗਾਵਾਰ। ਪਰ ਕਹਿੰਦੇ ਜੋ ਬੰਦਾ ਮਨ ਦੇ ਪਿੱਛੇ ਤੁਰਦਾ ਉਹਦੇ ਲਈ ਫਿਰ ਇਹ ਜਿਹੜਾ ਜੀਵਨ ਹੈ ਇਹ ਦੁੱਖਾਂ ਦੀ ਖਾਣ ਹੈ। ਜਗ ਕਰੜਾ, ਉਹ ਨਹੀਂ ਫਿਰ ਬਚ ਸਕਦਾ। ਕਿ ਉਹ ਮਨਮੁਖ ਹੈ, ਮਨ ਦੇ ਪਿੱਛੇ ਤੁਰਦਾ, ਉਹਨੂੰ ਸਭ ਤੋਂ ਵੱਡਾ ਮੂਰਖ ਕਿਹਾ ਗਵਾਰ, ਪੇਂਡੂ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਆਪਾਂ ਆਮ ਬੋਲੀ ਚ ਗੱਲ ਕਰਦੇ ਹਾਂ, ਯਾਰ ਪੇਂਡੂ ਜਿਹਾ ਆ ਗਿਆ। ਇਹ ਪੇਂਡੂ ਠੀਕ ਹੈ, ਉਹ ਸਾਡੇ ਵਰਗੇ ਨੇ ਬਿਲਕੁਲ। ਅਸੀਂ ਸਾਡੀ ਆਪਣੀ ਬੈਕਗ੍ਰਾਉਂਡ ਉੱਥੋਂ ਦੀ ਹੈ। ਪਰ ਲੇਕਿਨ ਪੜ੍ਹੇ ਲਿਖਿਆਂ ਦੀ ਬੋਲੀ ਵਿੱਚ ਇੱਕ ਪਲੀਜ਼ ਮਿਊਟ ਰੱਖੋ ਆਪਣੇ ਆਪ ਨੂੰ। ਪੜ੍ਹੇ ਲਿਖਿਆਂ ਦੀ ਬੋਲੀ ਦੇ ਵਿੱਚ ਉਹਨੂੰ ਫਿਰ ਗਵਾਰ ਕਿਹਾ ਜਾਂਦਾ ਵੀ ਇਹਨੂੰ ਕੱਖ ਨਹੀਂ ਪਤਾ, ਇਹ ਤੇ ਗਵਾਰ ਹੈ। ਕਹਿੰਦੇ ਹੁਣ ਗੱਲ ਤੁਹਾਡੇ ਕੰਮ ਦੀ ਆ। ਕਹਿੰਦੇ ਸ਼ਬਦ ਕਮਾਈ ਖਾਈਏ ਸਾਰ। ਕਹਿੰਦੇ ਸ਼ਬਦ ਦੀ ਕਮਾਈ ਕਰੋ, ਲੋਭ ਵੀ ਚੱਬਿਆ ਜਾਓ, ਕੋਈ ਐਸੀ ਗੱਲ ਨਹੀਂ। ਕਹਿੰਦੇ ਅੰਤਰੇ ਬਾਹਰੇ ਇੱਕੋ ਜਾਣੈ। ਜੋ ਸਿੱਖ ਆਪਣੇ ਅੰਦਰ ਔਰ ਬਾਹਰ ਇੱਕ ਅਕਾਲ ਪੁਰਖ ਨੂੰ ਮੌਜੂਦ ਮੰਨਦਾ ਹੈ, ਨਾਨਕ ਅਗਨੇ ਮਰੈ ਸਤ ਗੁਰ ਕੈ ਭਾਣੈ। ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਆ ਕੇ ਉਸ ਸਤਿਗੁਰ ਦੀ ਮੱਤ ਦੇ ਨਾਲ ਆਪਣਾ ਜੀਵਨ ਜਿਉ ਕੇ
उस अकाल पुरख नूं मन के, उस अकाल पुरख नाल प्यार पा के, उस अकाल पुरख की भगती करके उन्हां दी वो अग भी खत्म हो। ये हो गया नंबर 46। अगे चलिए। सच भै राता गर्भ निवारै, एको जाता शब्द विचारे। ਜਿਹੜਾ ਸਿੱਖ ਉਸ ਸਦਾ ਰਹਿਣ ਵਾਲੇ ਅਕਾਲ ਪੁਰਖ ਦੇ ਡਰ ਦੇ ਵਿੱਚ, ਜਿਹਨੂੰ ਪਤਾ ਹੈ ਕਿ ਇਹ ਮੇਰੇ ਕੀਤੇ ਕੰਮਾਂ ਦਾ ਇੱਕ ਦਿਨ ਹਿਸਾਬ ਹੋਣਾ, ਇਹ ਮੇਰੇ ਕੀਤੇ ਕਰਮ ਮੇਰੇ ਅੱਗੇ ਆਉਣੇ ਨੇ, ਉਸ ਦਾ ਹੰਕਾਰ ਮਰਦਾ ਹੈ, ਉਸ ਦਾ ਹੰਕਾਰ ਖਤਮ ਹੁੰਦਾ। ਸੱਚ ਭੈ ਰਾਤਾ गर्भ निवारे। और ये केवल नहीं है कि केवल डर रख के ना, डर रख के नहीं, सच दा भै दा मतलब उस दे भाने दे अंदर आना। ते भाना की है उस अकाल पुरख दा? तुद भावै तेरी बंदगी। उस अकाल पुरख नूं इक्को चीज भाउंदी है, ਉਹਨੂੰ ਤੁਹਾਡਾ ਲਿਬਾਸ ਨਹੀਂ ਚੰਗਾ ਲੱਗਣਾ, ਉਹਨੂੰ ਤੁਹਾਡਾ ਰੰਗ ਰੂਪ ਨਹੀਂ ਚੰਗਾ ਲੱਗਣਾ, ਉਹਨੂੰ ਤੁਹਾਡੀ ਪੱਗ ਨਹੀਂ ਚੰਗੀ ਲੱਗਣੀ, ਉਹਨੂੰ ਤੁਹਾਡਾ ਦਾੜਾ ਨਹੀਂ ਚੰਗਾ ਲੱਗਣਾ। ਕਹਿਣ ਤੋਂ ਭਾਵ ਹੈ ਕਿ ਇਹ ਸਾਰੀਆਂ ਚੀਜ਼ਾਂ ਠੀਕ ਨੇ, ਪਰ ਤੁਧ ਭਾਵੈ ਤੇਰੀ ਬੰਦਗੀ। ਉਹਨੇ ਤੇ ਗੱਲ ਕਰਨੀ ਹੈ ਬਈ ਮਨੁੱਖਾ ਜਨਮ ਤੈਨੂੰ ਪਹਿਲਾ ਪਦਾਰਥ ਦੇ ਕੇ ਭੇਜਿਆ, ਤੇ ਤੂੰ ਕਰਕੇ ਕੀ ਆ? ਨਾਮ ਜਪਿਆ, ਨਾਮ ਜਪਿਆ ਤੇ ਠੀਕ ਹੈ, ਤੇ ਨਹੀਂ ਨਾਮ ਜਪਿਆ ਤੇ ਆਪਣੀ ਵਾਰੀ ਖੰਜਾ ਹੈ। ਇਹ ਹੈ ਸੱਚ ਦੇ ਭੈ ਦੇ ਵਿੱਚ ਰਤਨਾ। ਕੌੜੀ ਸੁਖਮਨੀ ਦਾ ਪਾਠ ਆਪਾਂ ਕਰਦੇ ਹਾਂ ਸਾਰੇ, ਪਰ ਉਹਨੂੰ ਇੱਕ ਅਸ਼ਟਪਦੀ ਕਰ ਲਓ, 8 ਸ਼ਬਦ ਹੀ ਰੋਜ਼ ਪੜ੍ਹ ਲਓ। ਉਹ ਕੀ ਲਿਖਦੇ ਉਹਦੇ ਚ? ਕਹਿੰਦੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਇੱਕ ਕਹਿੰਦੇ ਸਾਡੇ ਕੋਲ ਤੇ ਸਮਾਂ ਹੀ ਨਹੀਂ। ਉਹ ਕਈ ਵਾਰੀ ਕਹਿੰਦੇ ਨਹੀਂ ਆਪਾਂ ਦਫ਼ਤਰ ਕਿਸੇ ਕੰਮ ਕਰਾਉਣ ਜਾਈਏ, ਉਹ ਕਹਿੰਦੇ ਯਾਰ ਭਾਈ ਸਾਹਿਬ ਟਾਈਮ ਨਹੀਂ ਸਾਡੇ ਕੋਲ, ਸਾਡੇ ਕੰਮ ਦੀ ਗੱਲ ਕਰੋ, ਆਹ ਫਾਰਮ ਭਰ ਕੇ ਲੈ ਕੇ ਆਓ, ਤੁਹਾਡਾ ਕੰਮ ਹੋ ਜੂ, ਨਹੀਂ ਤੇ ਜਾਓ, ਟਾਈਮ ਨਾ ਸਾਡਾ ਖਰਾਬ ਕਰੋ। ਉਹ ਕਹਿੰਦੇ ਇਦਾਂ ਹੀ ਉੱਥੇ ਕਹਿੰਦੇ ਆ, ਕਹਿੰਦੇ ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਕਹਿੰਦੇ ਨਾਮ ਜਪਿਆ ਤੇ ਗੱਲ ਕਰ, ਜੇ ਨਹੀਂ ਨਾਮ ਜਪਿਆ ਤੇ ਚੱਲ ਫਿਰ ਡੰਡੇ ਤੇ, ਉਥੇ ਡੰਡਾ ਵਰ ਰਿਹਾ ਉਧਰ ਨੂੰ ਹੋ ਜਾ। ਸੱਚ ਭੈ ਰਾਤਾ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰ। ਉਹ ਫਿਰ ਜਿਹੜਾ ਭੈ ਦੇ ਵਿੱਚ ਰਤਿਆ, ਖਾਲੀ ਡਰ ਨਹੀਂ ਹੈ, ਉਹ ਕੀ ਹੈ? ਉਹ ਸਤਿਗੁਰ ਦੇ ਸ਼ਬਦ ਨੂੰ ਵਿਚਾਰਦਾ ਹੈ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਔਰ ਇਹ ਨਹੀਂ ਹੈ ਕਿ शब्द विचार दे सारे शब्द ना, एक शब्द के एक शब्द मेरे प्राण बस्त है, बाहुड़ जन्म ना आव। बाबा नानक एको जाता शब्द विचार है। कहते शब्द वसै सच अंतरे ही आ। जिस मनुख दे हिरदे विच गुरु दा शब्द वस जांदा है, ਉਹਦੇ ਅੰਦਰ ਅਕਾਲ ਪੁਰਖ ਆਪ ਵਸਦਾ। ਸ਼ਬਦ ਵਸੈ ਸੱਚ ਅੰਤਰੇ ਹੀ ਆ, ਤਨ ਮਨ ਸੀਤਲ ਰੰਗ ਰੰਗੀਆ। ਕਹਿੰਦੇ ਉਹਦਾ ਫਿਰ ਤਨ ਵੀ ਮਨ ਵੀ ਐਨ ਤ੍ਰਿਪਕ ਜਾਂਦਾ, ਐਨ ਠੰਡਾ ਹੋ ਜਾਂਦਾ, ਸਹਿਜ ਵਿੱਚ ਆ ਜਾਂਦਾ, ਰੰਗ ਰੰਗੀਆ। ਉਸ ਅਕਾਲ ਪੁਰਖ ਦੇ ਰੰਗ ਵਿੱਚ ਰਹਿੰਦਾ। ਕਹਿੰਦੇ ਫਿਰ ਜਿਹੜਾ ਐਸੀ ਅਵਸਥਾ ਦਾ ਮਾਲਕ ਹੋਊਗਾ, ਕਾਮ ਕ੍ਰੋਧ ਸਭ ਉਹਦਾ ਕੀ ਵਿਗਾੜ ਲੈਣਗੇ। ਤਨ ਮਨ ਸੀਤਲ ਰੰਗ ਰੰਗੀਆ। ਅੱਗੇ ਕਹਿੰਦੇ ਜਦੋਂ ਆ ਅਵਸਥਾ ਆ ਗਈ, ਕਾਮ ਕ੍ਰੋਧ ਬਿਖ, ਇੱਥੇ ਕਾਮ ਕ੍ਰੋਧ 2 ਲਿਖੇ ਨੇ, 5 ਨੂੰ ਨਾਲ ਟੋਟਲ ਕਰ ਲਓ, ਬਾਕੀ 3 ਲਾ ਲਓ ਹੋਰ। ਬਿਖ ਇੱਥੇ ਹੈ ਮਾਇਆ। ਅਗਨੇ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ। ਕਹਿੰਦੇ ਜਿਹਦਾ ਤਨ ਮਨ ਐਸਾ ਠੰਡਾ ਹੋ ਗਿਆ, ਐਸਾ ਸਹਿਜ ਦੇ ਵਿੱਚ ਆ ਗਿਆ, ਐਸਾ ਉਹ ਨਾਮ ਜਪ ਜਪ ਕੇ
ਰੰਗ ਦੇ ਵਿੱਚ ਰੰਗਿਆ ਗਿਆ, ਉਹਦਾ ਫਿਰ ਪੰਜ ਕੀ ਵਿਗਾੜਨਗੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਾਇਆ ਉਹਦਾ ਕੀ ਵਿਗਾੜ ਸਕਦੀ? ਕਿਉਂਕਿ ਉਹ ਆਪਣੇ ਅੰਦਰੋਂ ਉਹਨੇ ਚੀਜ਼ਾਂ ਖਤਮ ਕਰ ਲਈਆਂ। ਨਾਨਕ ਨਦਰੀ ਨਦਰ ਪਿਆਰੇ, ਕਾਮ, ਕ੍ਰੋਧ, ਬਿਖ, ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਉਹ ਫਿਰ ਅਕਾਲ ਪੁਰਖ ਦੀ ਨਜ਼ਰ ਦੇ ਥੱਲੇ ਰਹਿੰਦਾ। ਉਹਦਾ ਫਿਰ ਸੁਪਰਿੰਟੈਂਡੈਂਟ ਅਕਾਲ ਪੁਰਖ ਹੈ। ਉਹ ਫਿਰ ਅੱਖ ਰੱਖਦਾ ਉੱਥੇ ਵੀ ਇਹਦਾ ਕੋਈ ਵਿਗੜਨ ਨਹੀਂ ਦੇਣਾ, ਇਹਨੂੰ ਕੋਈ ਤੱਤੀ ਵਾਰ ਨਹੀਂ ਲੱਗਣ ਦੇਣੀ, ਇਹ ਮੇਰਾ ਬੰਦਾ। ਬਿਲਕੁਲ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਆਪਾਂ ਗੱਲਾਂ ਕਰਦੇ ਹਾਂ, ਉਹੀ ਚੀਜ਼ਾਂ ਅੰਦਰੂਨੀ ਅੰਤਰੀਵ ਭਾਵ ਤੇ ਸੂਖਮ ਰੂਪ ਦੇ ਵਿੱਚ ਵਰਤੀਆਂ। ਨਾਨਕ ਨਦਰੀ ਨਦਰ ਪਿਆਰੇ। ਉਹ ਫਿਰ ਜਿਹੜਾ ਸਿੱਖ ਹੈ, ਉਹ ਫਿਰ ਉਸ ਪਿਆਰੇ ਅਕਾਲ ਪੁਰਖ ਦੀ ਨਿਗਾਹ ਥੱਲੇ ਰਹਿੰਦਾ। ਅੱਗੇ ਨੰਬਰ 48, ਕਵਨ ਮੁਖ ਚੰਦ ਹਿਵੈ ਘਰ ਛਾਇਆ। ਕਹਿੰਦੇ ਇਹ ਗੱਲ ਤੇ ਤੁਹਾਡੀ ਠੀਕ ਹੈ ਵੀ ਤਨ ਮਨ ਸੀਤਲ ਰੰਗ ਰੰਗੀਆ, ਪਰ ਕਹਿੰਦੇ ਆ ਜਿਹੜੀ ਠੰਡਕ ਦੀ ਤੁਸੀਂ ਸੀਤਲਤਾ ਦੀ ਗੱਲ ਕਰਦੇ ਆ, ਚੰਦ ਠੰਡਕ ਦਾ ਪ੍ਰਤੀਕ ਹੈ। ਵਰਡਸ ਹੀ ਨੇ, ਬਸ ਵਰਡਸ ਨੂੰ ਅਸੀਂ ਸਮਝਣਾ। ਹਿਵੈ ਘਰ ਛਾਇਆ, ਇਹ ਕਿਸ ਤਰ੍ਹਾਂ ਮਨ ਦੇ ਵਿੱਚ ਇਹ ਠੰਡ ਬਣੀ ਰਹੇ, ਇਹ ਸ਼ਾਂਤੀ ਬਣੀ ਰਹੇ, ਮਨ ਭਟਕੇ ਨਾ, ਵਿਚਾਰਾਂ ਦੇ ਵਿੱਚ ਆ ਕੇ ਬਾਹਰ ਨਾ ਜਾਵੇ। ਇਹ ਕਿੱਦਾਂ ਪੋਸੀਬਲ ਰੱਖੀ ਇਸ ਚੀਜ਼ ਨੂੰ? ਕਵਨ ਮੁਖ ਸੂਰਜ, ਕਵਨ ਮੁਖੇ ਸੂਰਜ ਤਪੈ ਤਪਾਇਆ। ਕਿਸ ਤਰ੍ਹਾਂ ਮਨ ਦੇ ਵਿੱਚ ਇਹ ਜਿਹੜਾ ਗਿਆਨ ਹੈ ਹਮੇਸ਼ਾ ਮਨ ਨੂੰ ਚੋਟ ਕਰਦਾ ਰਹੇ, ਇਹਦਾ ਪ੍ਰਕਾਸ਼ ਬਣਿਆ ਰਹੇ। ਕਵਨ ਮੁਖ ਕਾਲ ਜੋਹਤ ਨਿਤ ਰਹਿ। ਕਹਿੰਦੇ ਕਿਸ ਤਰ੍ਹਾਂ ਕਾਲ ਜਿਹੜਾ ਉਹ ਸਾਡਾ ਨੁਕਸਾਨ ਨਾ ਕਰ ਸਕੇ, ਭਾਵ ਕਿ ਮੌਤ ਦਾ ਜਿਹੜਾ ਸਹਿਮ ਹੈ ਉਹ ਮੁੱਕ ਜਾਏ। ਕਵਨ ਬੁੱਧ ਗੁਰਮੁਖੇ ਪਤ ਰਹਿ। ਉਹ ਕਿਹੜੀ ਸਮਝ ਹੈ ਜਿਹਦੇ ਨਾਲ ਸਾਡੀ ਜਿਹੜੀ ਇੱਜ਼ਤ ਹੈ ਉਹ ਬਣੀ ਰਹੇ। ਕਵਨ ਜੋਧ ਜੋ ਕਾਲ ਸੰਘਾਰੈ। ਉਹ ਕਿਹੜਾ ਸੂਰਮਾ ਜਿਹੜਾ ਮੌਤ ਤੇ ਵੀ ਜਿੱਤ ਪਾ ਲੈਂਦਾ। ਬੋਲੇ ਬਾਣੀ ਨਾਨਕ ਵਿਚਾਰ। ਜੋਗੀਆਂ ਨੇ ਪੁੱਛਿਆ, ਕਹਿੰਦੇ ਬਾਬਾ ਨਾਨਕ ਆਹ ਗੱਲ ਦੀ ਵਿਚਾਰ ਹੁਣ ਸਾਨੂੰ ਦੱਸ ਸਕੇ। ਬਾਬਾ ਨਾਨਕ ਨੇ ਵੀ ਕਹਿੰਦੇ ਆ ਜਾਓ ਕਹਿੰਦੇ ਅਖਾੜੇ ਹੁਣੇ ਦੱਸਦੇ। ਕਹਿੰਦੇ ਸ਼ਬਦ ਭਾਖਤ ਸਸ ਜੋਤ ਅਪਾਰਾ। ਇੱਕ ਆਖ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ। ਇਸੇ ਨੂੰ ਲਿਖਿਆ ਅੱਗੇ, ਕਹਿੰਦੇ ਸ਼ਬਦ ਭਾਖਤ ਸਸ ਜੋਤ ਅਪਾਰਾ। ਕਹਿੰਦੇ ਸ਼ਬਦ ਨੂੰ ਜਪਦਿਆਂ ਜਪਦਿਆਂ, ਨਾਮ ਅਭਿਆਸ ਕਰਦਿਆਂ ਕਰਦਿਆਂ ਚੰਦਰਮਾ ਦੀ ਠੰਡਕ ਜਿਹੜੀ ਹੈ ਉਹ ਅੰਦਰ ਘਰ ਕਰ ਜਾਂਦੀ ਹੈ, ਅੰਦਰ ਪ੍ਰਗਟ ਹੋ ਜਾਂਦੀ। ਸਸ ਘਰ ਸੂਰ ਵਸੈ ਮਿਟੈ ਅੰਧਿਆਰਾ। ਕਹਿੰਦੇ ਐਸ ਠੰਡਕ ਦੇ ਵਿੱਚ ਫਿਰ ਗਿਆਨ ਦਾ ਜਿਹੜਾ ਸੂਰਜ ਚੜ ਪੈਂਦਾ, ਉਦੋਂ ਅਗਿਆਨਤਾ ਦਾ ਜਿਹੜਾ ਹਨੇਰਾ ਉਹ ਮਿਟ ਜਾਂਦਾ। ਅਕਲ ਤੇ ਜਿਹੜਾ ਪਰਦਾ ਪਿਆ ਹੁੰਦਾ ਕਰਮ ਕਾਂਡਾਂ ਦਾ ਉਹ ਖਤਮ ਹੋ ਜਾਂਦਾ। ਕਹਿੰਦੇ ਸੁੱਖ ਦੁੱਖ ਸਮ ਕਰ ਨਾਮ ਆਧਾਰਾ। ਕਹਿੰਦੇ ਫਿਰ ਕੋਈ ਫਰਕ ਨਹੀਂ ਪੈਂਦਾ ਉਹਨੂੰ ਸੁੱਖਾਂ ਦਾ ਦੁੱਖਾਂ ਦਾ, ਕਿਉਂਕਿ ਉਹਦਾ ਆਧਾਰ, ਉਹਦਾ ਕਵਨ ਮੂਲ ਕਵਨ ਮਤ ਵੇਲਾ, ਉਹਦਾ ਆਧਾਰ ਹੀ ਨਾਮ ਹੈ, ਆਧਾਰ ਹੀ ਉਹਦਾ ਸ਼ਬਦ ਹੈ। ਤੇ ਉਸੇ ਸ਼ਬਦ ਦੀ ਬਰਕਤ ਦੇ ਨਾਲ ਗੁਰਮੁਖ ਸਿਸਟਮ ਦੇ ਅੰਦਰ ਰਹਿੰਦਿਆਂ ਸੁੱਖ ਦੁੱਖ ਨੂੰ ਇੱਕੋ ਜਿਹਾ ਜ਼ਿੰਦਗੀ ਦੇ ਵਿੱਚ ਉਹ ਨਾਮ ਅਭਿਆਸੀ ਸਮ ਕਰ ਲੈਂਦਾ, ਉਹਨਾਂ ਨੂੰ ਸਮਝ ਲੈਂਦਾ, ਉਹਨਾਂ ਤੇ ਇੱਕ ਤਰ੍ਹਾਂ ਦਾ ਉਹਦਾ ਕੰਟਰੋਲ ਹੋ ਜਾਂਦਾ। ਆਪੇ ਪਾਰ ਉਤਾਰਨ ਹਾਰਾ। ਕਹਿੰਦੇ ਫਿਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਿਹੜਾ ਲਗਾਤਾਰ ਨਾਮ ਅਭਿਆਸੀ ਤੇ ਦ੍ਰਿਸ਼ਟੀ ਰੱਖਦਾ,
ਜਿਹੜਾ ਉਹਦਾ ਸੁਪਰਿੰਟੈਂਡੈਂਟ ਹੈ ਨਾਮ ਅਭਿਆਸੀ ਦਾ, ਇਹ ਫਿਰ ਉਹਦੀ ਫਿਰ ਜ਼ਿੰਮੇਵਾਰੀ ਹੈ ਆਪੇ ਪਾਰ ਉਤਾਰਨ ਹਾਰਾ। ਸ਼ਬਦ ਭਾਖਤ ਸੱਸ ਜੋ ਤੇ ਅਪਾਰਾ, ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ, ਸੁਖ ਦੁੱਖ ਸਮ ਕਰ ਨਾਮ ਆਧਾਰਾ, ਆਪੇ ਪਾਰ ਉਤਾਰਨ ਹਾਰਾ। ਅੱਗੇ ਕਹਿੰਦੇ ਗੁਰ ਪਰਚੈ ਮਨ ਸਾਚ ਸਮਾਏ, ਜਦੋਂ ਅਕਾਲ ਪੁਰਖ ਦੇ ਨਾਲ ਡੂੰਗੀ ਸਾਂਝ ਨਹੀਂ ਪੈ ਜਾਂਦੀ ਹੈ, ਉਦੋਂ ਫਿਰ ਜਦੋਂ ਅਸੀਂ ਸਮਝ ਲਿਆ ਉਹਨੂੰ ਸਾਡਾ ਮਾਂ ਪਿਓ ਹੈ, ਉਹ ਫਿਰ ਉਹ ਬੱਚੇ ਨੂੰ ਪਰਚਾਉਂਦਾ। ਫਿਰ ਮਾਂ ਪਿਓ, ਬੱਚਾ ਰੋਂਦਾ, ਬੱਚੇ ਨੂੰ ਭੁੱਖ ਲੱਗੀ ਹੈ, ਬੱਚੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਫਿਰ ਮਾਂ ਪਿਓ ਹਮੇਸ਼ਾ ਉਸ ਨੂੰ ਪਰਚਾ ਕੇ ਰੱਖ। ਗੁਰ ਪਰਚੈ ਮਨ ਸਾਚ ਸਮਾਏ, ਉਹ ਜਦੋਂ ਕਿਤੇ ਮਨ ਬਾਹਰ ਭਟਕਣ ਸ਼ੁਰੂ ਕਰਦਾ, ਭਟਕਣ ਲੱਗਦਾ, ਉਦੋਂ ਹੀ ਉਹਨੂੰ ਮੋੜ ਲਿਆਉਂਦਾ, ਮੇਰਾ ਪੁੱਤਾ, ਮੇਰਾ ਪੁੱਤ ਇੱਧਰ ਨੂੰ। ਕਹਿੰਦੇ ਪ੍ਰਣਵਤ ਨਾਨਕ ਕਾਲ ਨਾ ਖਾਏ, ਕਹਿੰਦੇ ਉਹ ਫਿਰ ਕਾਲ ਨਹੀਂ ਉਹਨੂੰ ਖਾ ਸਕਦਾ, ਉਹ ਕਦੇ ਖਤਮ ਨਹੀਂ ਹੋ ਸਕਦਾ। ਉਹਦੀ ਅਵਸਥਾ ਇੱਥੋਂ ਤੱਕ ਉਹਦੀ ਚੜ੍ਹਾਈ ਜਾਊਗੀ ਕਿ ਉਹ ਅਕਾਲ ਪੁਰਖ ਦੇ ਰੂਪ ਦੇ ਵਿੱਚ ਹੀ ਸਮਾ ਜਾਊਗਾ। ਵਾਹਿਗੁਰੂ 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 ਵਾਹਿਗੁਰੂ। ਅਗਲਾ ਵੀ ਇੱਕ ਪਤਾ ਕਰਦੇ ਹਾਂ, ਨਾਮ ਤਤ ਸਭ ਹੀ ਸਿਰੇ ਜਾਪੈ। ਹੁਣ ਇਹਨੂੰ ਸਿਰ ਪੜ੍ਹ ਲਓਗੇ, ਇਹਨੂੰ ਸਿਰ ਪੜ੍ਹ ਲਓਗੇ, ਇਹਦਾ ਮਤਲਬ ਨਹੀਂ ਕਲੀਅਰ ਹੋਣਾ। ਇਹ ਰਾਰੇ ਦੀ ਸਿਹਾਰੀ ਪੂਰਾ ਅੱਖਰ ਦਾ ਕੰਮ ਕਰਦੀ ਹੈ। ਇੱਥੇ ਆਪਾਂ ਕਹਿੰਦੇ ਨਹੀਂ ਯਾਰ ਸਿਰੇ ਦੀ ਗੱਲ, ਅੱਜ ਕੱਲ ਬੜਾ ਚੱਲਿਆ ਜੀ, ਉਹ ਕੋਈ ਕਮੈਂਟ ਆਉਂਦੇ ਨਾ, ਕੋਈ ਫੋਟੋ ਚੰਗੀ ਪਾਉਂਦਾ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ, ਥੱਲੇ ਕਮੈਂਟ ਆਉਂਦੇ ਪੰਜਾਬ ਤੋਂ, ਸਿਰਾ ਭਾਜੀ ਸਿਰਾ। ਉਹ ਇਹੀ ਬੋਲੀ ਹੈ, ਇਹੀ ਨਾਮ ਤਤ ਸਭ ਹੀ ਸਿਰੇ ਜਾਪੇ, ਕਹਿੰਦੇ ਸਭ ਤੋਂ ਉੱਤਮ ਸਿਰੇ ਦਾ ਜਾਪ ਹੈ ਨਾਮ ਦਾ। ਜਿਹੜਾ ਜਾਪ ਹੈ ਇਹ ਸਿਰੇ ਦਾ ਜਾਪ ਹੈ। ਬਿਨ ਨਾਮੈ ਦੁੱਖ ਕਾਲ ਸੰਤਾਪੇ। ਜਦੋਂ ਤੱਕ ਇਹ ਨਾਮ ਸਾਡੇ ਅੰਦਰ ਘਰ ਨਹੀਂ ਕੀਤਾ, ਉਦੋਂ ਤੱਕ ਕਾਲ ਦੇ ਵਸ ਚਾਂਸ। ਤਤੋ ਤਤ ਮਿਲੇ ਮਨ ਮਨ, ਮਨ ਨੇ ਉਦੋਂ ਮੰਨਣਾ ਜਦੋਂ ਤਤ ਤਤ ਦੇ ਵਿੱਚ ਮਿਲ ਗਿਆ। ਅਕਾਲ ਪੁਰਖ ਦੇ ਨਾਮ ਦੀ ਜਿਹੜੀ ਸੱਚਾਈ ਹੈ, ਹੋਂਦ ਹੈ, ਉਹਦਾ ਪਤਾ ਲੱਗ ਗਿਆ। ਦੂਜਾ ਜਾਏ ਇਕਤ ਘਰ ਆਨੈ, ਮਨ ਉਸ ਦ੍ਰਿੜਤਾ ਦੇ ਵਿੱਚ, ਉਸ ਸੱਚਾਈ ਦੇ ਵਿੱਚ ਮਨ ਪਤੀਜ ਜਾਂਦਾ, ਮੇਰੀ ਤੇਰੀ ਖਤਮ ਹੋ ਜਾਂਦੀ ਹੈ। ਔਰ ਏਕਤਾ, ਇਕਤ, ਇੱਕ ਦੇ ਘਰ ਵਿੱਚ ਇੱਕ ਦਾ ਰੂਪ ਹੋ ਕੇ ਮਨ ਉੱਥੇ ਟਿਕ ਜਾਂਦਾ। ਬੋਲੇ ਪਵਨਾ ਗਗਨ ਗਰਜੈ, ਬਸ ਫਿਰ ਉਸ ਪ੍ਰਭੂ ਦੇ ਮਿਲਾਪ ਦੀ ਜਿਹੜੀ ਲਹਿਰ ਹੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਹਚਲ ਮਿਲਣ ਸਹਿਜ। ਬਸ ਉੱਥੇ ਕੇਵਲ ਤੇ ਕੇਵਲ ਨਾਮ ਅਭਿਆਸ ਹੈ, ਉੱਥੇ ਹੋਰ ਕੁਛ ਨਹੀਂ ਹੈ। ਉਸ ਰੱਬੀ ਨਾਮ ਦੀ ਗੂੰਜ ਹੈ, ਉੱਥੇ ਹੋਰ ਕੁਛ ਨਹੀਂ ਹੈ। ਸ਼ਬਦ ਬਾਜੈ ਗੋਬਿੰਦ ਗਾਜੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਹਚਲ ਮਿਲਣ ਸਹਿਜ। ਇਸ ਸਹਿਜ ਅਵਸਥਾ ਦੇ ਵਿੱਚ ਟਿਕਿਆਂ ਅਕਾਲ ਪੁਰਖ ਨਾਲ ਮਿਲਾਪ ਸਦਾ ਸਦਾ ਵਾਸਤੇ ਬਣ ਜਾਂਦਾ ਹੈ। ਮੈਂ ਕੋਸ਼ਿਸ਼ ਕੀਤੀ ਹੈ ਇਸ ਔਖੀ ਬਾਣੀ ਦਾ ਵਿਚਾਰ ਕਰਨ ਦੀ, ਆਪਣੇ ਆਪਣੇ ਤਨੋ ਮਨੋ ਕੋਸ਼ਿਸ਼ ਕੀਤੀ ਹੈ, ਪਰ ਮੈਂ ਵੀ ਪਰਫੈਕਟ ਨਹੀਂ ਹਾਂ।
ਆਪਾਂ ਕੋਸ਼ਿਸ਼ ਹੀ ਕਰਨੀ ਹੈ, ਹੌਲੀ ਹੌਲੀ ਸਹਿਜੇ ਸਹਿਜੇ ਆਪਾਂ ਇਹ ਕੋਸ਼ਿਸ਼ ਹੀ ਕਰਨੀ ਹੈ। ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹੀਏ।